हर हर नाम मिलै तृप्तस, मिल संगत गुण परगास। ਜਿਹੜੇ ਐਸੇ ਮਹਾਂਪੁਰਖ ਨੇ ਹਰ ਹਰ ਨਾਮ ਮਿਲੇ, ਉਹਨਾਂ ਦੀ ਇੱਕੋ ਹੀ ਮੰਗ ਹੁੰਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਨੂੰ ਮਿਲੇ। ਜਿਹੜਾ ਹਰ ਸ਼ਬਦ ਹੈ, ਇਸ ਦਾ ਮਤਲਬ ਹੈ ਸਭ ਨੂੰ ਹਰੇ ਪਰੇ ਕਰਨ ਵਾਲਾ। ਹਰੀ ਹਰਤੀ ਪਾਪਾਨੀ ਦੁਸ਼ਟ ਚਿਤ ਅਪੀ ਸਿਮਰਤਾ। ਵਾਹਿਗੁਰੂ ਦੇ ਨਾਮ ਦੇ ਵਿੱਚ ਇਹ ਸ਼ਕਤੀ ਹੈ, ਚਾਹੇ ਕੋਈ ਦੁਸ਼ਟ ਭਾਵਨਾ ਦੇ ਨਾਲ ਵੀ, ਬੁਰੀ ਭਾਵਨਾ ਦੇ ਨਾਲ ਵੀ ਵਾਹਿਗੁਰੂ ਦੇ ਨਾਮ ਨੂੰ ਜਪੇ ਨਾ ਤੇ ਉਹਦੇ ਵੀ ਪਾਪਾਂ ਨੂੰ ਨਾਸ਼ ਕਰ ਦਿੰਦੇ। ਤੁਲਸੀ ਕਵੀ ਨੇ ਇੱਕ ਬੜਾ ਸੁੰਦਰ ਦੋਹਰਾ ਲਿਖਿਆ ਨਾਮ ਦੀ ਮਹਿਮਾ ਦੇ ਸੰਬੰਧ ਵਿੱਚ। ਉਹ ਲਿਖਦਾ ਹੈ, ਤੁਲਸੀ ਰਗਬਰ ਰਾਮ ਕੋ ਰੀ ਜਪੈ ਕੋ ਖੀਜ, ਸਿੱਧਾ ਪੂਠਾ ਉਗਵੇ ਖੇਤ ਪਰੈ ਜੋ ਬੀਜ। ਤੁਸੀਂ ਉਸ ਪਰਮੇਸ਼ਰ ਦੇ ਨਾਮ ਨੂੰ ਚਾਹੇ ਖੁਸ਼ ਹੋ ਕੇ ਜਪੋ, ਗੁੱਸੇ ਹੋ ਕੇ ਵੀ ਜੇ ਤੁਹਾਡੇ ਮੂੰਹੋਂ ਪਰਮੇਸ਼ਰ ਦਾ ਨਾਮ ਨਿਕਲੇ ਨਾ, ਉਹਦਾ ਵੀ ਤੁਹਾਨੂੰ ਚੰਗਾ ਫਲ ਹੀ ਮਿਲੇਗਾ। ਕਿਉਂ? ਉਹਨੇ ਉਦਾਹਰਣ ਦਿੱਤੀ ਹੈ, ਜਦੋਂ ਅਸੀਂ ਖੇਤ ਵਿੱਚ ਛੱਟਾ ਦਿੰਦੇ ਹਾਂ, ਕੋਈ ਬੀਜ ਸਿੱਧਾ ਡਿੱਗਦਾ, ਕੋਈ ਪੁੱਠਾ ਡਿੱਗਦਾ, ਪਰ ਜਿਹੜਾ ਇੱਕ ਵਾਰੀ ਖੇਤ ਵਿੱਚ ਬੀਜ ਡਿੱਗ ਪਿਆ ਫਿਰ ਉਹ ਉਗਦਾ ਹੀ ਉਗਦਾ ਹੈ। ਇਸੇ ਤਰ੍ਹਾਂ ਚਾਹੇ ਚੰਗੀ ਭਾਵਨਾ ਦੇ ਨਾਲ ਚਾਹੇ ਬੁਰੀ ਭਾਵਨਾ ਦੇ ਨਾਲ ਕੋਈ ਪਰਮੇਸ਼ਰ ਦਾ ਨਾਮ ਜਪੇ ਨਾ, ਕਿਸੇ ਵੀ ਹਾਲਤ ਵਿੱਚ ਜਪੇ ਤੇ ਉਹਦਾ ਫਲ ਚੰਗਾ ਹੀ ਹੁੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ। ਉਹਨਾਂ ਦੀ ਇੱਕੋ ਹੀ ਮੰਗ ਹੁੰਦੀ ਹੈ ਕਿ ਇਹ ਵਾਹਿਗੁਰੂ ਜੀ ਸਾਨੂੰ ਆਪ ਜੀ ਦਾ ਨਾਮ ਮਿਲੇ, ਇਹਦੇ ਨਾਲ ਹੀ ਤ੍ਰਿਪਤਸ ਹੈ, ਉਹ ਤ੍ਰਿਪਤ ਹੁੰਦੇ ਨੇ। ਨਾਮ ਸਾਰੀਆਂ ਭੁੱਖਾਂ ਲਾਹ ਦਿੰਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕਿੰਨੇ ਪਿਆਰੇ ਬਚਨ ਨੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਵਾਹਿਗੁਰੂ ਦਾ ਨਾਮ ਸਾਰੀਆਂ ਭੁੱਖਾਂ ਲਾਹ ਦਿੰਦੇ। ਮਿਲ ਸੰਗਤ ਗੁਣ ਪ੍ਰਗਾਸ, ਐਸੇ ਜਿਹੜੇ ਨਾਮ ਦੇ ਰਸੀਏ ਮਹਾਂਪੁਰਖ ਨੇ, ਉਹਨਾਂ ਦੀ ਸੰਗਤ ਨਾਲ ਮਿਲ ਕੇ ਗੁਣ ਪ੍ਰਗਾਸ, ਜਿਹੜੇ ਚੰਗੇ ਗੁਣ ਉਹ ਮਹਾਰਾਜ ਪ੍ਰਗਟ ਹੋ ਜਾਣ, ਇਹ ਆਪ ਕਿਰਪਾ ਕਰੋ। ਭਾਵ ਮਹਾਂਪੁਰਖਾਂ ਦੀ ਸੰਗਤ ਬਖਸ਼ੋ, ਨਾਮ ਤੇ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰੋ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਤਾ ਗੁਰਦੇਵ ਜੀ ਦੇ ਪਾਸੋਂ ਇਹ ਦਾਤ ਮੰਗ ਰਹੇ ਹਨ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਹਜ਼ੂਰ ਫਰਮਾਉਂਦੇ ਨੇ, ਹੇ ਸਤਿਗੁਰੂ ਜੀ, ਅਸਾਂ ਇਹ ਵੀ ਸੁਣਿਆ ਹੈ, ਜਿਨ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਨਾ ਕਦੇ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਜਪਿਆ ਹੈ ਤੇ ਨਾ ਹੀ ਕਦੇ ਸਵਾਸਾਂ ਨਾਲ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਨਾ ਹੀ ਮਨ ਦੁਆਰਾ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਉਹਦੇ ਰਸ ਨੂੰ ਪ੍ਰਾਪਤ ਕੀਤਾ ਹੈ, ਤੇ ਭਾਗਹੀਣ ਜਮ ਪਾਸ। ਉਹ ਜਿਹੜੇ ਭਾਗਾਂ ਤੋਂ ਹੀਣੇ, ਕਰਮਾਂ ਤੋਂ ਹੀਣੇ ਲੋਕ ਨੇ, ਜਮ ਪਾਸ, ਉਹ ਤੇ ਜਮਾਂ ਦੇ ਪਾਸ ਹੀ ਜਾਂਦੇ ਨੇ। ਅਥਵਾ ਜਿਹੜਾ ਪਾਸ ਸ਼ਬਦ ਹੈ ਨਾ, ਪਾਸ ਦਾ ਅਰਥ ਪਾਸ ਕੋਲ ਵੀ ਹੈ ਤੇ ਦੂਸਰਾ ਪਾਸ ਦਾ ਅਰਥ ਫਾਹੀ ਵੀ ਹੈ। ਵੀ ਉਹਨਾਂ ਦੇ ਗਲਾਂ ਦੇ ਵਿੱਚ ਤਾਂ ਜਮਾਂ ਦੀ ਫਾਹੀ ਹੀ ਪੈਂਦੀ ਹੈ। ਤੇ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੇ ਬਾਰੇ ਕਲਗੀਧਰ ਪਾਤਸ਼ਾਹ ਦੇ ਬਚਨ ਹੈ, ਏਕ ਚਿਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜਿਹੜਾ ਇੱਕ ਚਿਤ ਹੋ ਕੇ ਇੱਕ ਛਿਨ ਮਾਤਰ ਵੀ ਵਾਹਿਗੁਰੂ ਦਾ ਸਿਮਰਨ ਕਰੇ ਨਾ, ਉਹ ਕਾਲ ਦੀ ਫਾਹੀ ਵਿੱਚ ਨਹੀਂ ਆਉਂਦਾ। ਤੇ ਜਿਹਨੇ ਕਦੀ ਸਿਮਰਨ ਕੀਤਾ ਹੀ ਨਹੀਂ, ਕਦੇ ਵਾਹਿਗੁਰੂ ਦਾ ਨਾਮ ਰਸਨਾ ਤੋਂ ਵੀ ਨਹੀਂ ਜਪਿਆ, ਕਦੇ ਸਵਾਸਾਂ ਨਾਲ ਵੀ ਨਹੀਂ ਸਿਮਰਿਆ, ਕਦੇ ਮਨ ਦੁਆਰਾ ਵੀ ਉਸ ਨੂੰ ਯਾਦ ਨਹੀਂ ਕੀਤਾ, ਉਹ ਜਿਹੜੇ ਐਸੇ ਭਾਗਾਂ ਤੋਂ ਹੀਣੇ ਮਨੁੱਖ ਨੇ, ਉਹ ਤੇ ਜਮਾਂ ਦੀ ਫਾਹੀ ਵਿੱਚ ਹੀ ਫਸਦੇ ਹਨ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਲੋ ਧਿਆਨ ਦੇ ਨਾਲ ਸੁਣ ਲਵੋ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਹਜ਼ੂਰ ਕਹਿੰਦੇ ਭਾਈ, ਜਿਹੜੇ ਸਤਿਗੁਰੂ ਦੀ ਸੰਗਤ ਤੇ ਨਾਲ ਹੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਵਿੱਚ ਇਹੋ ਜਿਹੇ ਨੇ ਵੀ ਜਿਹੜੇ ਕਹਿੰਦੇ ਸਾਡੇ ਕੋਲੇ ਤਾਂ ਵਕਤ ਹੀ ਨਹੀਂ ਸੰਗਤ ਵਿੱਚ ਜਾਣ ਦਾ, ਕਥਾ ਕੀਰਤਨ ਸੁਣਨ ਦਾ, ਸਾਡੇ ਤਾਂ ਹੋਰ ਰੁਝੇਵੇਂ ਬੜੇ ਨੇ। ਚਲੋ ਇਹ ਗੱਲ ਵੱਖਰੀ ਹੈ ਰੁਝੇਵੇਂ ਹੋਣੇ, ਪਰ ਕਈ ਐਸੇ ਵੀ ਮਨਮੁਖ ਲੋਕ ਨੇ, ਉਹ ਕਹਿੰਦੇ ਵੀ ਸਾਡਾ ਗੁਰਦੁਆਰੇ ਕੰਮ ਹੀ ਕੋਈ ਨਹੀਂ, ਅਸੀਂ ਉੱਥੇ ਕੀ ਲੈਣ ਵਾਸਤੇ ਜਾਣਾ। ਉਹ ਹੋਰ ਪਾਸੇ ਗਲਤ ਪਾਸਿਆਂ ਤੇ ਜ਼ਰੂਰ ਤੁਰੇ ਫਿਰਦੇ ਨੇ। ਪਰ ਉਹਨਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਸਿੱਖਿਆ ਦਿੰਦੇ ਨੇ, ਧਿਆਨ ਦੇ ਨਾਲ ਸੁਣੋ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਵੀ ਜਿਹੜੇ ਸਤਿਗੁਰੂ ਦੀ ਸੰਗਤ ਵਿੱਚ
ਤੇ ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿੰਨਾ ਜੀਵਨ ਉਹਨਾਂ ਨੇ ਪਿੱਛੇ ਜੀ ਲਿਆ ਹੈ ਉਹਨੂੰ ਵੀ ਤਰਕਾਰ ਹੈ, ਤ੍ਰਿਗ ਜੀਵਾਸ। ਤੇ ਜਿਹੜਾ ਅੱਗੇ ਜੀਵਨ ਦੀ ਆਸ ਰੱਖੀ ਬੈਠੇ ਨੇ ਉਸ ਜੀਵਨ ਨੂੰ ਵੀ ਤਰਕਾਰ ਹੈ। ਜਦੋਂ ਅਸੀਂ ਸੰਗਤ ਵਿੱਚ ਆ ਜਾਂਦੇ ਹਾਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦੇ ਹਾਂ, ਇਹ ਸਾਡੀਆਂ ਘੜੀਆਂ ਦਰਗਾਹ ਵਿੱਚ ਵੀ ਲੇਖੇ ਵਿੱਚ ਲੱਗਦੀਆਂ ਨੇ। ਇਹ ਗੱਲ ਯਾਦ ਰੱਖਣ ਵਾਲੀ ਹੈ। ਅਸੀਂ ਤੇ ਇਹ ਸਮਝਦੇ ਹਾਂ ਵੀ ਸ਼ਾਇਦ ਗੁਰਦੁਆਰੇ ਆ ਕੇ ਐਵੇਂ ਟਾਈਮ ਸਾਡਾ ਵੇਸਟ ਹੁੰਦਾ ਹੋਵੇਗਾ, ਪਰ ਨਹੀਂ, ਇਹ ਘੜੀਆਂ ਸਫਲ ਹੁੰਦੀਆਂ। ਤਨ ਤਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਭਾਣੀ, ਹਰ ਕਥਾ ਸੁਣਾਵੋ ਮੇਰੇ ਗੁਰ ਸਿੱਖੋ। ਇਹ ਜਿਹੜੀਆਂ ਕਥਾ ਕਹਾਣੀਆਂ ਸੁਣਨ ਦਾ ਸਮਾਂ ਹੈ, ਦਰਗਾਹ ਵਿੱਚ ਵੀ ਸਫਲ ਹੁੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਖੁਸ਼ ਬਵਾਦ ਉਮਰ ਦਰਜਾਦ ਬੇਗੁਜ਼ਰਦ, ਵਗਰਨਾ ਚ ਹਾਸਲ ਅਸਤ ਗੁੰਮਦੇ ਕਬੂਦ ਮਰਾ। ਭਾਈ ਨੰਦ ਲਾਲ ਜੀ ਫਾਰਸੀ ਦੇ ਇੱਕ ਬਹੁਤ ਵੱਡੇ ਆਲਮ ਸਨ, ਇੱਕ ਮਹਾਨ ਕਵੀ ਸਨ। ਉਹਨਾਂ ਨੇ ਫਾਰਸੀ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਹੁਤ ਤਾਰੀਫ ਲਿਖੀ, ਬਾਕੀ ਸਤਿਗੁਰੂ ਦੀ ਮਹਿਮਾ ਵੀ ਉਚਾਰਨ ਕੀਤੀ। ਔਰ ਉਹਨਾਂ ਨੇ ਇਹ ਸ਼ੇਰ ਲਿਖਿਆ ਹੈ ਔਰ ਇਹਦਾ ਤਰਜਮਾ ਕੀਤਾ ਵੀ ਸਮਝਣ ਦੇ ਲਈ। ਉਮਰ ਸਾਈ ਵਿੱਚ ਲਿਖੇ ਦੇ, ਜੋ ਯਾਦ ਸਾਈਂ ਦੀ ਗੁਦਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ, ਇਸ ਵਿੱਚ ਨੀਲੇ ਹੁਜਰੇ ਸ਼ਾਮ ਤੇ ਫਜਰੇ। ਇਹ ਸਾਡੀ ਜ਼ਿੰਦਗੀ ਉਹੀ ਸਫਲ ਹੈ ਜਿਹੜੀ ਉਸ ਦੀ ਯਾਦ ਵਿੱਚ ਬੀਤਦੀ ਹੈ, ਜਿਹੜੀ ਸੰਗਤ ਵਿੱਚ ਗੁਰੂ ਸ਼ਰਨ ਦੇ ਵਿੱਚ ਲੰਘਦੀ ਹੈ। ਉਹ ਘੜੀ ਸਫਲ ਹੈ, ਉਹ ਸਾਡੀ ਜ਼ਿੰਦਗੀ ਲੇਖੇ ਵਿੱਚ ਹੈ। ਤੇ ਜਿਹੜੇ ਇੱਥੇ ਨਹੀਂ ਆਉਂਦੇ, ਸਤਿਗੁਰੂ ਕਹਿੰਦੇ ਉਹਨਾਂ ਦੇ ਪਿਛਲੇ ਜੀਵਨ ਨੂੰ ਵੀ ਤਰਕਾਰ ਹੈ, ਤੇ ਜਿਹੜਾ ਅਗਲਾ ਜੀਵਨ ਹੈ ਜਿਹਦੀ ਉਹ ਆਸ ਲਾਈ ਬੈਠੇ ਨੇ ਉਹਨੂੰ ਵੀ ਤਰਕਾਰ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਬਈ ਜਿਨ੍ਹਾਂ ਵਾਹਿਗੁਰੂ ਦੇ ਪਿਆਰਿਆਂ ਨੇ ਸਤਿਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਧੁਰ ਦਰਗਾਹ ਤੋਂ ਮੱਥੇ ਤੇ ਕੋਈ ਚੰਗਾ ਭਾਗ ਲਿਖਿਆ ਹੋਇਆ ਸੀ, ਜਿਸ ਦਾ ਸਦਕਾ ਉਹਨਾਂ ਨੂੰ ਸਤਿਗੁਰੂ ਦੀ ਸ਼ਰਨ, ਸਤਿਗੁਰੂ ਦੀ ਸੰਗਤ ਪ੍ਰਾਪਤ ਹੋਈ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਥਾਂ ਥਾਂ ਤੇ ਇਹ ਗੱਲ ਲਿਖੀ ਹੈ, ਵਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ, ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਗਤ ਉਹ ਵੀ ਸਤਿਗੁਰੂ ਦੀ ਸੰਗਤ, ਉਹ ਵੀ ਵੱਡਿਆਂ ਭਾਗਾਂ ਦੇ ਨਾਲ ਹੀ ਮਿਲਦੀ ਹੈ। ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਹਜ਼ੂਰ ਫਰਮਾਉਂਦੇ ਨੇ, ਧਨ ਹੈ ਸਤ ਸੰਗਤ, ਗੁਰੂ ਦੀ ਸਤ ਸੰਗਤ, ਜਿਸ ਦੁਆਰਾ ਅਸਾਂ ਹਰ ਰਸ ਪਾਇਆ, ਵਾਹਿਗੁਰੂ ਦੇ ਨਾਮ ਦੇ, ਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕੀਤਾ ਹੈ। ਮਿਲ ਜਾ ਨਾਨਕ ਨਾਮ ਪ੍ਰਗਾਸ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸੀ ਸਤਸੰਗਤ ਦੇ ਨਾਲ ਮਿਲ ਕੇ ਹੀ ਵੀ ਨਾਮ ਪ੍ਰਗਾਸ, ਸਾਡੇ ਹਿਰਦੇ ਵਿੱਚ ਨਾਮ ਪ੍ਰਗਟ ਹੋਇਆ ਹੈ। ਇਸ ਲਈ ਧੰਨ ਹੈ ਉਹ ਗੁਰੂ ਦੀ ਸਤਸੰਗਤ, ਜਿਸ ਦੁਆਰਾ ਸਾਨੂੰ ਨਾਮ ਦਾ ਰਸ ਪ੍ਰਾਪਤ ਹੋਇਆ ਹੈ। ਕਿਉਂਕਿ ਸਤਸੰਗਤ ਦੇ ਨਾਲ ਮਿਲ ਕੇ ਹੀ ਜਨ ਨਾਨਕ ਨਾਮ ਪ੍ਰਗਾਸ, ਸਾਡੇ ਹਿਰਦੇ ਵਿੱਚ ਨਾਮ ਦੀ ਰੋਸ਼ਨੀ, ਨਾਮ ਦੀ ਸ਼ਮਾ, ਨਾਮ ਦਾ ਦੀਵਾ ਜਗਿਆ ਹੈ। ਇਸ ਲਈ ਸੰਗਤ ਦੀ ਕਿਰਪਾ ਦੇ ਨਾਲ ਹੀ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇਹ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਆਹ ਤੋਂ ਬਾਅਦ ਜਦੋਂ ਸਤਿਗੁਰੂ ਨੇ ਇਹ ਬਚਨ ਕੀਤਾ ਸੀ ਕਿ ਤੁਸੀਂ ਮੰਗੋ ਜੋ ਇੱਛਾ ਹੈ, ਉਸ ਵੇਲੇ ਇਹ ਬੇਨਤੀ ਦੇ ਰੂਪ ਦੇ ਵਿੱਚ, ਯਾਚਨਾ ਦੇ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਭਾਵੇਂ ਇਸ ਨੂੰ ਹਜ਼ੂਰ ਨੇ ਗੁਰਤਾ ਗੱਦੀ ਤੇ ਬੈਠ ਕੇ ਹੀ ਉਚਾਰਨ ਕੀਤਾ ਸੀ, ਪਰ ਮੰਗ ਉਸ ਵੇਲੇ ਉਹੀ ਸੀ, ਉਸ ਨੂੰ ਸ਼ਬਦ ਦਾ ਰੂਪ ਬਾਅਦ ਵਿੱਚ ਦਿੱਤਾ ਗਿਆ ਹੈ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਬਹਿ ਉਦਮ, ਜਾਂ ਆਹਰ ਹਰ ਜਿਉ ਪਰਿਆ। ਲਓ ਹੁਣ ਅੱਗੇ ਰਹਿਰਾਸ ਸਾਹਿਬ ਜੀ ਦਾ ਪੰਜਵਾਂ ਸ਼ਬਦ, ਪੰਜਵੇਂ ਗੁਰਦੇਵ ਦਾ ਆਰੰਭ ਹੋ ਰਿਹਾ ਹੈ। ਚੌਥਾ ਸ਼ਬਦ ਚੌਥੇ ਪਾਤਸ਼ਾਹ ਦਾ ਸੀ ਤੇ ਹੁਣ ਪੰਜਵਾਂ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆਰੰਭ ਹੋ ਰਿਹਾ ਹੈ। ਇਹ ਵੀ ਗੂਜਰੀ ਰਾਗ ਦੇ ਵਿੱਚ ਹੀ ਹਜ਼ੂਰ ਨੇ ਉਚਾਰਨ ਕੀਤਾ ਹੈ। ਇਸ ਪਾਵਨ ਸ਼ਬਦ ਦੀ ਉਥਾਨਕਾ
ਸੰਪਰਦਾਇ ਵਿੱਚ ਮਹਾਂਪੁਰਖ ਇਹ ਦੱਸਦੇ ਹਨ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਤਾਂ ਉਸ ਵੇਲੇ ਗੁਰੂ ਮਹਾਰਾਜ ਦਾ ਵੱਡਾ ਭਰਾ ਪ੍ਰਿਥੀਆ ਉਹ ਚਾਹੁੰਦਾ ਸੀ ਗੁਰਤਾ ਗੱਦੀ ਮੈਨੂੰ ਮਿਲੇ, ਪਰ ਜਦੋਂ ਉਸ ਨੂੰ ਗੁਰਤਾ ਗੱਦੀ ਨਾ ਮਿਲੀ ਕਿਉਂਕਿ ਉਹ ਉਸ ਦੇ ਯੋਗ ਹੀ ਨਹੀਂ ਸੀ। ਗੁਰਤਾ ਗੱਦੀ ਧੁਰ ਦਰਗਾਹ ਦੀ ਬਖਸ਼ਿਸ਼ ਸੀ, ਇਹ ਕੋਈ ਜੱਦੀ ਪੁਸ਼ਤੀ ਹੱਕ ਤੇ ਨਹੀਂ ਸੀ, ਇਸ ਨੂੰ ਕੋਈ ਧੱਕੇ ਦੇ ਨਾਲ ਲੈ ਲੈਂਦਾ। ਪਰ ਪ੍ਰਿਥੀਏ ਨੂੰ ਇਹ ਜ਼ਰੂਰ ਭੁਲੇਖਾ ਸੀ ਵੀ ਮੈਂ ਗੁਰੂ ਦਾ ਜੇਠਾ ਪੁੱਤਰ ਹਾਂ, ਗੁਰਤਾ ਗੱਦੀ ਮੇਰਾ ਹੱਕ ਹੈ। ਪਰ ਨਹੀਂ, ਹਜ਼ੂਰ ਨੇ ਬਾਣੀ ਵਿੱਚ ਸੰਕੇਤ ਦਿੱਤਾ ਸੀ, ਤਖਤ ਰਾਜਾ ਸੋ ਬਹਿ, ਜੇ ਤਖਤ ਲਾਇਕ ਹੋਈ ਵੀ ਇਸ ਗੁਰਤਾ ਦੇ ਤਖਤ ਤੇ ਪਾਤਸ਼ਾਹ ਬਣ ਕੇ ਗੁਰੂ ਬਣ ਕੇ ਉਹੀ ਬੈਠ ਸਕਦਾ ਜਿਹੜਾ ਇਸ ਤੇ ਯੋਗ ਹੋਵੇ। ਹੁਣ ਯੋਗ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਸਨ। ਸੋ ਰਹੋ ਵਿਚਾਰ, ਹੁਣ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਤਾਂ ਪ੍ਰਿਥੀਏ ਨੇ ਕੀ ਕੀਤਾ, ਬਹੁਤ ਸਾਰੇ ਜਿਹੜੇ ਮਸੰਦ ਸਨ ਨਾ ਗੁਰੂ ਰਾਮਦਾਸ ਮਹਾਰਾਜ ਨੇ ਜਥੇਦਾਰ ਬਣਾਏ, ਜਿਹੜੇ ਸੰਗਤਾਂ ਦੇ ਪਾਸੋਂ ਮਾਇਆ ਕਾਰ ਪੇਟਾ ਉਗਰਾ ਕੇ ਗੁਰੂ ਮਹਾਰਾਜ ਨੂੰ ਲਿਆ ਕੇ ਦਿੰਦੇ ਸਨ ਔਰ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਜੋੜ ਲਿਆ ਤੇ ਉਹਨਾਂ ਨੂੰ ਇਹ ਗੱਲ ਸਿਖਾ ਦਿੱਤੀ ਬਈ ਤੁਸੀਂ ਸੰਗਤਾਂ ਨੂੰ ਮੇਰੇ ਕੋਲ ਲਿਆਓ, ਉਹਨਾਂ ਦੇ ਪੇਟਾ ਪੂਜਾ ਮਾਇਆ ਵੀ ਸਾਰੀ ਮੇਰੇ ਕੋਲੇ ਪਹੁੰਚਾਓ ਤੇ ਮੈਂ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਦਿਆ ਕਰਾਂਗਾ। ਹੁਣ ਉਹਨਾਂ ਨੂੰ ਆਪਣਾ ਲਾਲਚ ਹੋ ਗਿਆ ਤੇ ਜਿਹੜੇ ਮਸੰਦ ਸਨ ਔਰ ਉਹਨਾਂ ਦੇ ਦਿਮਾਗ ਵੀ ਪ੍ਰਸ਼ਟ ਹੋ ਗਏ ਤੇ ਉਹਨਾਂ ਨੇ ਜਿਹੜੀ ਗੁਰਸਿੱਖ ਸੰਗਤਾਂ ਦੀ ਗੁਰੂ ਘਰ ਦੀ ਕਾਰ ਭੇਟਾ ਦੀ ਮਾਇਆ ਸੀ ਉਹ ਪ੍ਰਿਥੀਏ ਨੂੰ ਲਿਜਾ ਕੇ ਦੇਣੀ ਸ਼ੁਰੂ ਕਰ ਦਿੱਤੀ। ਤੇ ਜਦੋਂ ਲੰਗਰ ਦਾ ਸਮਾਂ ਆਉਂਦਾ ਤੇ ਪ੍ਰਿਥੀਆ ਸੰਗਤ ਨੂੰ ਕਹਿੰਦਾ ਲੰਗਰ ਗੁਰੂ ਕੇ ਲੰਗਰ ਵਿੱਚੋਂ ਛਕੋ, ਤੇ ਇਧਰ ਗੁਰੂ ਕਾ ਲੰਗਰ ਉੱਥੇ ਸੇਵਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਸਨ। ਹੁਣ ਮਾਇਆ ਸਾਰੀ ਪ੍ਰਿਥੀਆ ਸਾਂਭ ਲੈਂਦਾ ਤੇ ਲੰਗਰ ਛਕਣ ਵਾਸਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਵਿੱਚ ਭੇਜ ਦਿੰਦਾ। ਤੇ ਹੁਣ ਲੰਗਰ ਵੀ ਰੁੱਖਾ ਮਿੱਸਾ ਹੀ ਬਣਨਾ ਸੀ, ਜਦੋਂ ਮਾਇਆ ਤੇ ਰਾਸ਼ਨ ਵਾਸ਼ਨ ਆਵੇ ਫੇਰ ਹੀ ਲੰਗਰ ਬਣਦਾ ਹੈ ਨਾ। ਤੇ ਹੁਣ ਜਦੋਂ ਲੰਗਰ ਵੀ ਕੁਛ ਰੁੱਖਾ ਮਿੱਸਾ ਹੋਣ ਲੱਗਿਆ, ਕੁਛ ਦੇਰ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਵੀ ਲੱਗਦੇ ਸਨ, ਉਹ ਆਗਰੇ ਤੋਂ ਆਏ ਤੇ ਜਦੋਂ ਲੰਗਰ ਛਕਣ ਵਾਸਤੇ ਗੁਰੂ ਕੇ ਲੰਗਰ ਵਿੱਚ ਗਏ, ਗੁਰੂ ਰਾਮਦਾਸ ਲੰਗਰ ਦੇ ਵਿੱਚ ਗਏ, ਉੱਥੇ ਮਾਤਾ ਭਾਨੀ ਜੀ ਨੇ ਉਹਨਾਂ ਨੂੰ ਰੁੱਖਾ ਮਿੱਸਾ ਜਿਹੋ ਜਿਹਾ ਲੰਗਰ ਸੀ ਉਹ ਅੱਗੇ ਲਿਆ ਕੇ ਰੱਖ ਦਿੱਤਾ। ਭਾਈ ਗੁਰਦਾਸ ਜੀ ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਆਪਣੀ ਭੈਣ ਮਾਤਾ ਭਾਨੀ ਜੀ ਨੂੰ, ਕਹਿਣ ਲੱਗੇ ਭੈਣ ਭਾਨੀ ਜੀ ਇਹ ਕੀ ਗੱਲ, ਗੁਰੂ ਕੇ ਲੰਗਰ ਦੀ ਐਸੀ ਖਸਤਾ ਹਾਲਤ, ਨਾ ਕੋਈ ਚੱਜ ਦੀ ਦਾਲ ਸਬਜ਼ੀ, ਨਾ ਕੋਈ ਕੜਾ ਪ੍ਰਸ਼ਾਦ, ਨਾ ਕੋਈ ਖੀਰ, ਨਾ ਕੋਈ ਹੋਰ ਚੀਜ਼। ਗੁਰੂ ਕੇ ਲੰਗਰ ਵਿੱਚ ਤਾਂ ਬੜੀਆਂ ਬਰਕਤਾਂ ਹੁੰਦੀਆਂ ਨੇ, ਇਹ ਕੀ ਕਾਰਨ ਹੈ? ਤਾਂ ਉਸ ਵੇਲੇ ਬੀਬੀ ਭਾਨੀ ਜੀ ਨੇ ਆਖਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਪਤਾ ਹੈ ਪ੍ਰਿਥੀਆ ਬੜਾ ਚੁਸਤ ਚਲਾਕ ਆਦਮੀ ਹੈ, ਉਸਨੇ ਸਾਰੀ ਸੰਗਤ ਨੂੰ ਮਸੰਦਾਂ ਨੂੰ ਆਪਣੇ ਨਾਲ ਗੰਢ ਲਿਆ ਹੈ। ਕੋਈ ਟਾਵਾਂ ਸਿੱਖ ਇਧਰ ਗੁਰੂ ਦੇ ਕੋਲ ਆਉਂਦਾ ਹੈ, ਮਾਇਆ ਸਾਰੀ ਉਹ ਉਗਰਾ ਕੇ ਲੈ ਜਾਂਦਾ ਤੇ ਲੰਗਰ ਛਕਣ ਲਈ ਸੰਗਤਾਂ ਗੁਰੂ ਕੇ ਲੰਗਰ ਵਿੱਚ ਭੇਜ ਦਿੰਦਾ। ਤੇ ਹੁਣ ਦੱਸੋ ਕਰੀਏ ਕੀ, ਮਾਇਆ ਸਾਰੀ ਉਧਰ ਜਾ ਰਹੀ ਹੈ ਤੇ ਅਸੀਂ ਇਧਰ ਗੁਰੂ ਕੀ ਸੇਵਾ ਕਰ ਰਹੇ ਹਾਂ, ਲੰਗਰ ਚਲਾ ਰਹੇ ਹਾਂ, ਤੇ ਲੰਗਰ ਹੁਣ ਕਿਵੇਂ ਚੱਲ ਸਕਦਾ? ਜਦੋਂ ਇਹ ਗੱਲ ਭਾਈ ਗੁਰਦਾਸ ਜੀ ਨੇ ਸੁਣੀ ਤੇ ਉਸੇ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ, ਹੋਰ ਗੁਰਸਿੱਖਾਂ ਨੂੰ ਨਾਲ ਲਿਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਆ ਗਏ। ਆ ਕੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਤੁਸੀਂ ਚੁੱਪਚਾਪ ਬੈਠੇ ਹੋ ਤੇ ਉਧਰ ਸ਼ੇਰਾਂ ਦੀ ਮਾਰ ਗਿੱਦੜ ਖਾਣ ਲੱਗੇ ਹੋਏ ਨੇ, ਤੁਸੀਂ ਉਹਨਾਂ ਨੂੰ ਰੋਕਦੇ ਕਿਉਂ ਨਹੀਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਹਿਨਸ਼ੀਲਤਾ ਦੇ ਸਾਗਰ ਸਨ, ਸ਼ਾਂਤੀ ਦੇ ਪੁੰਜ ਸਨ, ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਜੋ ਕੁਝ ਪ੍ਰਿਥੀਆ ਕਰ ਰਿਹਾ ਹੈ ਉਸ ਨੂੰ ਕਰੀ ਜਾਣ ਦਿਓ, ਜੋ ਵੀ ਕੁਛ ਹੈ ਭਾਣੇ ਦੇ ਵਿੱਚ ਅਸੀਂ ਤੇ ਖੁਸ਼ ਹਾਂ। ਜੇ ਸਾਡੇ ਕਰਮਾਂ ਦੇ ਵਿੱਚ ਰੁੱਖੀ ਮਿੱਸੀ ਲਿਖੀ ਹੋਈ ਹੈ ਤੇ ਅਸੀਂ ਉਹੀ ਖਾ ਕੇ ਰੱਬ ਦਾ ਸ਼ੁਕਰ ਕਰਦੇ ਹਾਂ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਇਸ ਤਰ੍ਹਾਂ ਤੇ ਕੰਮ ਨਹੀਂ ਚੱਲ ਸਕਦਾ। ਅਕਸਰ ਗੁਰੂ ਕਾ ਲੰਗਰ ਹੈ, ਸੰਗਤਾਂ ਆਉਂਦੀਆਂ ਨੇ
ਤੇ ਇਹਦੇ ਵਿੱਚ ਤਾਂ ਸਾਡੀ ਬਦਨਾਮੀ ਹੁੰਦੀ ਹੈ ਜੇ ਸੰਗਤਾਂ ਦੀ ਸੇਵਾ ਨਾ ਹੋਵੇ, ਚੱਜ ਦਾ ਲੰਗਰ ਨਾ ਮਿਲੇ। ਇਹ ਤੇ ਬੜੀ ਮਾੜੀ ਗੱਲ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਹਿਬ ਜੀ ਫਿਰ ਤੁਸੀਂ ਦੱਸੋ ਕੀ ਉਪਰਾਲਾ ਕਰਨਾ ਚਾਹੁੰਦੇ ਹੋ? ਤਾਂ ਭਾਈ ਗੁਰਦਾਸ ਜੀ ਨੇ ਉਸ ਵੇਲੇ ਹੋਰ ਗੁਰਸਿੱਖਾਂ ਨਾਲ ਸਲਾਹ ਕੀਤੀ। ਜਦੋਂ ਪਤਾ ਲੱਗਿਆ ਵੀ ਸੰਗਤਾਂ ਬਾਹਰੋਂ ਆ ਰਹੀਆਂ ਨੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅੱਗੇ ਗੁਰਦੁਆਰਾ ਪਿਪਲੀ ਸਾਹਿਬ ਬਾਰ-ਬਾਰ ਪੈ ਜਾਂਦਾ ਸ਼ਹਿਰ ਤੋਂ ਥੋੜਾ ਜਿਹਾ, ਉੱਥੇ ਚਲੇ ਜਾਣਾ ਤੇ ਸੰਗਤਾਂ ਨੂੰ ਪਹਿਲਾਂ ਹੀ ਇਹ ਗੱਲ ਕਹਿ ਦੇਣੀ, ਸੰਗਤ ਜੀ ਅੱਗੇ ਚੋਰ ਤੇ ਲੁਟੇਰੇ ਬੈਠੇ ਨੇ, ਉਹਨਾਂ ਤੋਂ ਖਬਰਦਾਰ ਹੋਣਾ। ਗੁਰਤਾ ਗੱਦੀ ਤੇ ਗੁਰੂ ਅਰਜਨ ਦੇਵ ਮਹਾਰਾਜ ਬਿਰਾਜਮਾਨ ਨੇ। ਜਿਹੜੀ ਤੁਹਾਡੀ ਕਾਰ ਭੇਟਾ ਹੈ ਗੁਰੂ ਦੇ ਲੰਗਰ ਵਾਸਤੇ, ਦਸਵੰਧ ਦੀ ਮਾਇਆ ਤੁਸੀਂ ਲੈ ਕੇ ਆਇਓ, ਉਹ ਸਾਰੀ ਇੱਥੇ ਭੇਟਾ ਕਰ ਦਿਓ ਤੇ ਫਿਰ ਤੁਹਾਨੂੰ ਅਸੀਂ ਗੁਰੂ ਦੇ ਦਰਸ਼ਨ ਵੀ ਕਰਵਾਵਾਂਗੇ। ਜਦੋਂ ਭਾਈ ਗੁਰਦਾਸ ਜੀ ਨੇ ਉਪਰਾਲਾ ਕੀਤਾ, 4 ਛਪੇਰੇ ਪਹਿਰੇ ਲਾ ਦਿੱਤੇ, ਸਿੱਖ ਬਿਠਾ ਦਿੱਤੇ, ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀ ਗੱਲਬਾਤ ਦੱਸ ਕੇ ਗੁਰੂ ਦੇ ਕੋਲ ਲੈ ਆਉਣਾ। ਭੇਟਾ ਪੂਜਾ ਗੁਰੂ ਘਰ ਦੇ ਵਿੱਚ ਆਉਣ ਲੱਗ ਪਈ ਤੇ ਫਿਰ ਗੁਰੂ ਕੇ ਲੰਗਰ ਦੀ ਵੀ ਸੋਹਣੀ ਹਾਲਤ ਹੋ ਗਈ ਤੇ ਸਾਰੇ ਪਾਸੇ ਗੁਰੂ ਘਰ ਦੀ ਜੈ ਜੈਕਾਰ ਹੋਣ ਲੱਗੀ। ਲੰਗਰ ਵੀ ਚੜ੍ਹਦੀਆਂ ਕਲਾ ਦੇ ਵਿੱਚ ਜਾਣ ਲੱਗਿਆ। ਪਰ ਇਸ ਗੱਲ ਤੋਂ ਪ੍ਰਿਥੀਆ ਬੜਾ ਔਖਾ ਹੋਇਆ। ਉਹਨੇ ਬਹੁਤ ਭਾਈ ਗੁਰਦਾਸ ਜੀ ਨੂੰ ਵੀ ਮੰਦਾ ਚੰਗਾ ਬੋਲਿਆ। ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਗੱਲ ਹੀ ਨਹੀਂ ਸੀ ਉਹ ਕਰਦਾ, ਬਹੁਤ ਬਕਵਾਸ ਕਰਦਾ ਸੀ। ਇੱਥੋਂ ਤੱਕ ਉਸਨੇ ਆਪਣੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਵੀ ਝਗੜਾ ਕੀਤਾ ਸੀ। ਗੁਰਬਾਣੀ ਵਿੱਚ ਉਹਦੇ ਪ੍ਰਥਾਏ ਇੱਕ ਸ਼ਬਦ ਵੀ ਉਚਾਰਨ ਹੋਇਆ ਹੈ। ਸਤਿਗੁਰੂ ਦੇ ਬਚਨ ਹਨ, ਕਾਹੇ ਪੂਤ ਝਗਰਤ ਹੋ ਸੰਗ ਬਾਪ। ਇਹ ਪ੍ਰਿਥੀਏ ਪ੍ਰਥਾਏ ਆਖਿਆ ਗਿਆ ਸੀ। ਗੁਰੂ ਰਾਮਦਾਸ ਮਹਾਰਾਜ ਨੇ ਆਖਿਆ, ਉਹ ਤੂੰ ਆਪਣੇ ਪਿਤਾ ਨਾਲ ਕਿਉਂ ਝਗੜਾ ਕਰਦਾ? ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸੋ ਝਗਰਤ ਪਾਪ। ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਪਾਲਿਆ ਪਲੋਸਿਆ ਹੈ, ਉਹਨਾਂ ਦੇ ਨਾਲ ਬਿਨਾਂ ਮਤਲਬ ਤੋਂ ਝਗੜਾ ਕਰਨਾ, ਇਹ ਤੇ ਸਿਰ ਤੇ ਪਾਪ ਚੜਾਉਣ ਵਾਲੀ ਗੱਲ ਹੈ। ਬੜਾ ਸਮਝਾਇਆ ਪਰ ਪ੍ਰਿਥੀਆ ਬਾਜ ਨਹੀਂ ਸੀ ਆਇਆ। ਹੁਣ ਉਧਰ ਭਾਈ ਗੁਰਦਾਸ ਜੀ ਨੇ ਉਦਮ ਸ਼ੁਰੂ ਕਰ ਦਿੱਤਾ ਤੇ ਇਧਰ ਕਸ਼ਮੀਰ ਤੋਂ ਸੰਗਤ ਆਈ। ਤੇ ਜਦੋਂ ਕਸ਼ਮੀਰ ਤੋਂ ਸੰਗਤ ਆਈ, ਉਹਨਾਂ ਦੇ ਜਿਹੜੇ ਮੁਖੀ ਸਨ ਸੰਤ ਮਾਧੋ ਦਾਸ ਜੀ ਸਨ, ਉਹ ਵੀ ਬੜੇ ਗੁਰੂ ਦੇ ਪਿਆਰੇ ਸਨ। ਸ਼੍ਰੀਨਗਰ ਦੇ ਵਿੱਚ ਆਪਣਾ ਕੇਂਦਰ ਬਣਾ ਕੇ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਕਸ਼ਮੀਰ ਦੀਆਂ ਸੰਗਤਾਂ ਆਈਆਂ ਨੇ ਤਾਂ ਉਸ ਵੇਲੇ ਭਾਈ ਗੁਰਦਾਸ ਜੀ ਵੀ ਬੈਠੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੂੰ ਵੀ ਤੇ ਨਾਲ ਮਾਧੋ ਦਾਸ ਜੀ ਨੂੰ ਸੰਬੋਧਨ ਕਰਕੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਿਧਾਂਤਕ ਪੱਖ ਤੋਂ ਮੇਰੇ ਮਾਧੋ ਜੀ ਸਤਿਗੁਰੂ ਮਾਧੋ ਸ਼ਬਦ ਦੁਆਰਾ ਅਕਾਲ ਪੁਰਖ ਨੂੰ ਸੰਬੋਧਨ ਕਰ ਰਹੇ ਨੇ। ਐ ਮੇਰੇ ਮਾਧੋ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਵੀ ਸਤ ਸੰਗਤ ਦੇ ਨਾਲ, ਗੁਰੂ ਦੀ ਸੰਗਤ ਦੇ ਨਾਲ ਮਿਲਿਆ ਹੈ ਉਹ ਤਰ ਗਿਆ। ਗੁਰ ਪ੍ਰਸਾਦ ਪਰਮ ਪਦ ਪਾਇਆ। ਕਿਉਂ? ਗੁਰੂ ਦੀ ਕਿਰਪਾ ਸਦਕਾ ਜਿਹੜਾ ਵੀ ਗੁਰੂ ਦੀ ਸੰਗਤ ਵਿੱਚ ਆ ਗਿਆ, ਉਹਨੇ ਪਰਮ ਪਦਵੀ ਨੂੰ, ਕੇਵਲ ਮੁਕਤੀ ਨੂੰ, ਤੁਰਿਆ ਪਦ ਨੂੰ ਪ੍ਰਾਪਤ ਕਰ ਲਿਆ। ਸੁੱਕੇ ਕਾਸ਼ਟ ਹਰਿਆ। ਗੁਰੂ ਦੀ ਸੰਗਤ ਵਿੱਚ ਆ ਕੇ ਤਾਂ ਸੁੱਕੇ ਕਾਠ ਵੀ ਹਰੇ ਹੋ ਗਏ। ਇਹ ਸੰਗਤ ਦੀ ਮਹਿਮਾ ਸਤਿਗੁਰੂ ਨੇ ਉਚਾਰਨ ਕੀਤੀ। ਪਰ ਇਤਿਹਾਸਕ ਪੱਖ ਤੋਂ ਜਦੋਂ ਆਪਾਂ ਵਿਚਾਰ ਕਰਦੇ ਹਾਂ, ਹੁਣ ਮਾਧੋ ਦਾਸ ਜੀ ਇਹ ਉਸ ਵੇਲੇ ਕਸ਼ਮੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਉਹਨਾਂ ਦੇ ਸਤਿਕਾਰ ਲਈ ਵੀ ਕਹਿੰਦੇ ਸਤਿਗੁਰੂ ਨੇ ਸਾਂਝਾ ਸ਼ਬਦ ਉਚਾਰਨ ਕੀਤਾ, ਮੇਰੇ ਮਾਧੋ ਜੀ, ਕਿ ਐ ਸੰਤ ਮਾਧੋ ਦਾਸ ਜੀ ਤੁਸੀਂ ਗੁਰੂ ਘਰ ਦੇ ਪਿਆਰੇ ਹੋ। ਸਤ ਸੰਗਤ ਮਿਲੇ ਸੋ ਤਰਿਆ। ਜਿਹੜਾ ਵੀ ਤੁਹਾਡੀ ਸਤ ਸੰਗਤ ਦੇ ਨਾਲ ਮਿਲਿਆ ਉਹ ਵੀ ਤਰ ਗਿਆ। ਕਿਉਂਕਿ ਗੁਰਮੁਖਾਂ ਦੀ ਸੰਗਤ ਵੀ ਤਾਰ ਦਿੰਦੀ ਹੈ, ਮਹਾਂਪੁਰਖਾਂ ਦੀ ਸੰਗਤ ਵੀ ਤਾਰਦੀ ਹੈ। ਇਹ ਉਹਨਾਂ ਦੀ ਤਾਰੀਫ ਦੇ ਵਿੱਚ ਵੀ ਸਤਿਗੁਰੂ ਨੇ ਆਖਿਆ। ਇਤਿਹਾਸਕ ਪੱਖ ਦੀ ਇਹ ਗੱਲ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਸਤਿਗੁਰੂ ਕਹਿੰਦੇ ਮਾਧੋ ਦਾਸ ਜੀ ਤੁਸੀਂ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਪਰਮ ਪਦਵੀ ਨੂੰ, ਗੁਰਮੁਖਾਂ ਦੀ ਪਦਵੀ ਨੂੰ, ਬ੍ਰਹਮ ਗਿਆਨੀਆਂ ਦੀ ਪਦਵੀ ਨੂੰ ਤੁਸੀਂ ਪ੍ਰਾਪਤ ਕੀਤਾ। ਸੁੱਕੇ ਕਾਸ਼ਟ ਹਰਿਆ ਤੇ ਤੁਹਾਡੀ ਕਿਰਪਾ ਨਾਲ ਸੁੱਕੀ ਕਾਠ ਵੀ ਹਰੀ ਹੋ ਗਈ, ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਗਈਆਂ।
ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਸੰਤ ਮਾਧੋ ਦਾਸ ਜੀ ਦਾ। ਕਹਿੰਦੇ ਨੇ ਕਸ਼ਮੀਰ ਦੇ ਵਿੱਚ ਸੰਤ ਮਾਧੋ ਦਾਸ ਜੀ ਸਿੱਖੀ ਦਾ ਪ੍ਰਚਾਰ ਕਰਦੇ ਸਨ। ਇਹ ਕੋਈ ਸ਼ਾਹੂਕਾਰ ਸੀ, ਉਹਦੇ 4 ਲੜਕੇ ਸਨ। ਇੱਕ ਸਭ ਤੋਂ ਛੋਟਾ ਸੀ ਔਰ ਉਹਨੂੰ ਐਸੀ ਲਗਨ ਲੱਗੀ, ਉਹ ਹਰ ਰੋਜ਼ ਸੰਤ ਮਾਧੋ ਦਾਸ ਜੀ ਦੇ ਪਾਸ ਆ ਕੇ ਸੇਵਾ ਕਰਨ ਲੱਗਿਆ। ਬਸ ਸਾਰਾ ਦਿਨ ਉੱਥੇ ਸੇਵਾ ਕਰੀ ਜਾਵੇ, ਸੰਗਤ ਦੇ ਭਾਂਡੇ ਮਾਂਜੀ ਜਾਵੇ, ਲੰਗਰ ਪਾਣੀ ਛਕਾਈ ਜਾਵੇ। ਇਸ ਗੱਲ ਦੇ ਉੱਤੇ ਸਾਰਾ ਪਰਿਵਾਰ ਬੜਾ ਖਫਾ ਹੋਇਆ। ਉਹ ਕਹਿੰਦੇ ਵੀ ਇਹ ਸਾਡੇ ਆਖੇ ਨਹੀਂ ਲੱਗਦਾ। ਇੱਕ ਦਿਨ ਦੀ ਵਾਰਤਾ ਹੈ, ਇਹ ਜਿਹੜਾ ਨੌਜਵਾਨ ਸ਼ਾਹੂਕਾਰ ਦਾ ਲੜਕਾ ਸੀ, ਸੇਵਾ ਕਰਦਿਆਂ ਕੁਝ ਲੇਟ ਹੋਇਆ। ਲੇਟ ਹੋਣ ਦੀ ਵਜ੍ਹਾ ਕਰਕੇ ਜਦੋਂ ਇਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਚੋਰੀ ਹੋ ਗਈ। ਕੋਈ ਚੋਰ ਚੋਰੀ ਕਰਕੇ ਉਥੋਂ ਭੱਜ ਗਏ। ਇਹ ਵਿਚਾਰਾ ਘਰ ਨੂੰ ਜਾ ਰਿਹਾ ਸੀ, ਸ਼ਰੀਫ ਆਦਮੀ, ਤੇ ਲੋਕਾਂ ਨੇ ਆਖਿਆ ਇਹੀ ਚੋਰ ਹੈ। ਭੁਲੇਖੇ ਦੇ ਨਾਲ ਇਹਨੂੰ ਪਕੜ ਲਿਆ ਤੇ ਇਹਨੂੰ ਪੁੱਛਣ ਲੱਗੇ ਵੀ ਤੂੰ ਕੌਣ ਹੈ? ਔਰ ਉਹ ਕਹਿਣ ਲੱਗਾ ਮੈਂ ਫਲਾਣੇ ਸ਼ਾਹੂਕਾਰ ਦਾ ਲੜਕਾ ਹਾਂ। ਉਹ ਪਕੜ ਕੇ ਉਹਦੇ ਕੋਲ ਲੈ ਗਏ। ਉਹ ਪਹਿਲਾਂ ਹੀ ਅੱਕਿਆ ਹੋਇਆ ਸੀ। ਹੁਣ ਜਦੋਂ ਟਾਈਮ ਸਿਰ ਕੋਈ ਘਰ ਨਾ ਆਵੇ ਤੇ ਹੁਣ ਪਰਿਵਾਰ ਦੇ ਮੈਂਬਰ ਵੀ ਅੱਕ ਜਾਂਦੇ ਨੇ। ਤੇ ਹੁਣ ਜਦੋਂ ਘਰ ਨਾ ਆਇਆ ਤੇ ਉਹਨਾਂ ਨੇ ਅੰਦਰੋਂ ਹੀ ਕਹਿ ਦਿੱਤਾ, ਕਹਿੰਦੇ ਸਾਨੂੰ ਨਹੀਂ ਪਤਾ ਇਹ ਚੋਰਾਂ ਦੇ ਨਾਲ ਰਲ ਗਿਆ ਹੋਵੇ, ਇਹ ਚੋਰ ਵੀ ਹੋ ਸਕਦਾ ਹੈ, ਸਾਡਾ ਕੁਛ ਨਹੀਂ ਲੱਗਦਾ, ਤੁਸੀਂ ਜੋ ਮਰਜ਼ੀ ਕਰਨਾ ਕਰੋ। ਉਹ ਕਹਿਣ ਲੱਗੇ ਹੁਣ ਤੇਰੇ ਪਿਓ ਨੇ ਤਾਂ ਤੇਰੇ ਘਰਦਿਆਂ ਨੇ ਜਵਾਬ ਦਿੱਤਾ, ਹੁਣ ਕੋਈ ਤੇਰਾ ਹੋਰ ਵੀ ਵਾਲੀ ਵਾਰਸ ਹੈ? ਉਹ ਕਹਿੰਦਾ ਹਾਂ, ਸੰਤ ਮਾਧੋ ਦਾਸ ਜੀ ਨੇ, ਮੈਂ ਉਹਨਾਂ ਦੀ ਸੰਗਤ ਕਰਦਾ ਹਾਂ, ਉਹਨਾਂ ਦੀ ਮੇਰੇ ਤੇ ਬੜੀ ਕਿਰਪਾ ਹੈ। ਸੰਤ ਮਾਧੋ ਦਾਸ ਜੀ ਪਾਸ ਚਲੇ ਗਏ। ਹੁਣ ਰਾਤ ਦਾ, ਅੱਧੀ ਰਾਤ ਦਾ ਸਮਾਂ ਸੀ। ਜਦੋਂ ਸੰਤ ਮਾਧੋ ਦਾਸ ਜੀ ਕੋਲ ਗਏ ਤਾਂ ਉਸ ਵੇਲੇ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗੇ ਸੰਤ ਮਾਧੋ ਦਾਸ ਜੀ, ਇੱਕ ਚੋਰ ਫੜਿਆ, ਉਹ ਤੁਹਾਡਾ ਨਾਮ ਲੈਂਦਾ। ਉਹ ਕਹਿੰਦਾ ਮੈਂ ਸੰਤ ਮਾਧੋ ਦਾਸ ਜੀ ਦਾ ਸੇਵਕ ਹਾਂ। ਤਾਂ ਉਸ ਵੇਲੇ ਸੰਤ ਮਾਧੋ ਦਾਸ ਜੀ ਨੇ ਵੀ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ। ਕਹਿਣ ਲੱਗੇ ਭਾਈ ਚੋਰ ਦਾ ਤੇ ਸੰਤ ਦਾ ਮੇਲ ਕੀ ਆ? ਪਹਿਲਾਂ ਤੁਸੀਂ ਇਹ ਗੱਲ ਸੋਚੋ। ਜੇ ਚੋਰ ਹੈ ਤੇ ਇਹ ਸਾਡਾ ਕਿਵੇਂ ਹੋ ਸਕਦਾ? ਇਸ ਲਈ ਦਰਵਾਜ਼ਾ ਨਾ ਖੋਲ੍ਹਿਆ। ਇੰਨੀ ਗੱਲ ਕਹਿ ਕੇ ਉਹਨਾਂ ਨੂੰ ਮੋੜ ਦਿੱਤਾ। ਉਹ ਕਹਿਣ ਲੱਗੇ ਵੀ ਹੁਣ ਦੱਸ। ਉਹ ਬੱਚਾ ਬੜਾ ਵਿਚਾਰਾ ਮਾਯੂਸ ਹੋਇਆ। ਕਹਿਣ ਲੱਗਾ ਹੁਣ ਤੇ ਅਕਾਲ ਪੁਰਖ ਹੀ ਮੇਰੀ ਰੱਖਿਆ ਕਰ ਸਕਦਾ। ਬੰਦਾ ਸੱਚਾ ਸੀ, ਇਮਾਨਦਾਰ ਸੀ। ਹੁਣ ਚੋਰੀ ਦੇ ਸ਼ੱਕ ਵਿੱਚ ਪਕੜਿਆ ਗਿਆ, ਪਰ ਉਹਨੂੰ ਸੰਗਤ ਦਾ ਰੰਗ ਚੜਿਆ ਹੋਇਆ ਸੀ ਤੇ ਉਸ ਨੇ ਉਸੇ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਿਮਰਨ ਸ਼ੁਰੂ ਕਰ ਦਿੱਤਾ। ਤੇ ਜਿਹੜੇ ਲੋਕ ਸਨ ਉਹਨਾਂ ਨੇ ਮੌਕੇ ਦੇ ਹਾਕਮ ਦੇ ਕੋਲ ਲੈ ਗਏ। ਕਹਿੰਦੇ ਚੋਰ ਫੜਿਆ, ਕਹਿਣ ਇਹਨੂੰ ਸੂਲੀ ਤੇ ਟੰਗ ਦਿੱਤਾ ਜਾਵੇ। ਉਹ ਕਾਠ ਦੀ ਸੂਲੀ ਸੀ ਤੇ ਜਦੋਂ ਉਸ ਨੂੰ ਉਹਦੇ ਉੱਤੇ ਚੜਾਉਣ ਲੱਗੇ, ਉਹ ਸੱਚਾ ਸੀ, ਧਰਮੀ ਸੀ। ਕਹਿਣ ਲੱਗਾ ਹੇ ਵਾਹਿਗੁਰੂ, ਮੈਂ ਸੱਚਾ ਹਾਂ, ਧਰਮ ਦੀ ਰੱਖਿਆ ਹੋਣੀ ਚਾਹੀਦੀ ਹੈ। ਤਾਂ ਉਸ ਵੇਲੇ ਜਿਹੜੇ ਸੁੱਕੀ ਕਾਠ ਦੀ ਸੂਲੀ ਸੀ, ਕਹਿੰਦੇ ਉਹ ਇੰਨੀ ਨਰਮ ਹੋ ਗਈ ਤੇ ਉਹਦੇ ਵਿੱਚੋਂ ਹਰੇ ਪੱਤੇ ਨਿਕਲ ਆਏ ਤੇ ਉਹ ਇੰਨੀ ਨਰਮ ਹੋ ਗਈ, ਉਹਨੇ ਉਸ ਦੇ ਪੇਟ ਵਿੱਚ ਭੋਰਾ ਵੀ ਜ਼ਖਮ ਨਾ ਕੀਤਾ, ਉਸ ਦੀ ਜਾਨ ਬਚ ਗਈ। ਲੋਕ ਸਾਰੇ ਹੈਰਾਨ ਹੋਏ, ਕਹਿੰਦੇ ਇਹ ਕੀ ਕੌਤਕ ਵਰਤਿਆ। ਜਦੋਂ ਸਾਰੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਦਾ, ਤਾਂ ਉਸ ਵੇਲੇ ਸੰਤ ਮਾਧੋ ਦਾਸ ਜੀ ਕੋਲ ਆਏ ਤੇ ਸਾਰਿਆਂ ਨੇ ਆਖਿਆ ਇਹ ਸਾਰੀ ਤੁਹਾਡੀ ਕਿਰਪਾ ਹੋਈ ਹੈ, ਇਹ ਬੱਚਾ ਤੁਹਾਡਾ ਸੇਵਕ ਸੀ, ਤੁਸਾਂ ਇਹਦੀ ਰੱਖਿਆ ਕੀਤੀ, ਤੁਸਾਂ ਇਹ ਸਾਰੀ ਸਹਾਇਤਾ ਕੀਤੀ। ਇਹ ਸੁੱਕੀ ਕਾਠ ਸੂਲੀ ਦੀ ਇਹ ਵੀ ਹਰੀ ਭਰੀ ਹੋ ਗਈ, ਇਹ ਤੁਹਾਡੀ ਬਖਸ਼ਿਸ਼ ਦਾ ਸਦਕਾ ਸਭ ਕੁਝ ਹੋਇਆ ਹੈ। ਇਉਂ ਇਹ ਘਟਨਾ ਉੱਥੇ ਕਸ਼ਮੀਰ ਦੇ ਵਿੱਚ ਵਾਪਰੀ ਸੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਇਤਿਹਾਸਕ ਪੱਖ ਤੋਂ ਤੇ ਉਸ ਘਟਨਾ ਵੱਲ ਵੀ ਇਸ਼ਾਰਾ ਕਰ ਦਿੱਤਾ ਕਿ ਸੰਤ ਮਾਧੋ ਦਾਸ ਜੀ, ਗੁਰੂ ਦੀ ਕਿਰਪਾ ਨਾਲ ਤੁਸਾਂ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ, ਜਿਸ ਦਾ ਸਦਕਾ ਸੁੱਕੇ ਕਾਠ ਵੀ ਹਰੇ ਗਏ, ਸੁੱਕੀਆਂ ਸੂਲੀਆਂ ਵੀ ਉਹ ਵੀ ਹਰੀਆਂ, ਮੋਮ ਨਰਮ ਹੋ ਗਈਆਂ। ਇਹ ਤੁਹਾਡੀ ਕਿਰਪਾ ਸੰਗਤ ਦਾ ਫਲ ਹੋਇਆ। ਤੇ ਸਿਧਾਂਤਕ ਅਰਥ ਉਹੀ ਹੈ ਜਿਵੇਂ ਆਪ ਸੰਗਤਾਂ ਨੇ ਪਹਿਲਾਂ ਸਰਵਣ ਕੀਤਾ ਹੈ। ਸੁੱਕੇ ਕਾਸ਼ਟ ਹਰਿਆ, ਜਿਹੜੇ ਸੁੱਕੀਆਂ ਲੱਕੜਾਂ ਵਰਗੇ ਪ੍ਰੇਮ ਤੇ ਸ਼ਰਧਾ ਤੋਂ ਹੀਣੇ ਨੇ, ਜਦੋਂ ਚੰਗੇ ਮਹਾਪੁਰਸ਼ਾਂ ਦੀ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਨੇ, ਉਹਨਾਂ ਦੇ ਮਨ ਵੀ ਨਾਮ ਤੇ ਪ੍ਰੇਮ ਰਸਤੇ ਨਾਲ ਹਰੇ ਭਰੇ ਹੋ ਜਾਂਦੇ ਨੇ। ਖੁਸ਼ਕੀ ਲੈ ਜਾਂਦੀ ਹੈ, ਕਠੋਰਤਾ ਖਤਮ ਹੋ ਜਾਂਦੀ ਹੈ। ਇਹ ਸੰਗਤ ਦਾ ਤੇ ਨਾਮ ਬਾਣੀ ਦਾ ਅਸਰ ਹੁੰਦਾ ਹੈ। ਹੁਣ ਉਧਰ ਭਾਈ ਗੁਰਦਾਸ ਜੀ ਵੀ ਬੈਠੇ ਸਨ। ਹੁਣ ਬਾਕੀ ਸ਼ਬਦ ਦੇ ਵਿੱਚ ਭਾਈ ਗੁਰਦਾਸ ਜੀ ਨੂੰ ਇਹ ਉਪਦੇਸ਼ ਦਿੱਤਾ ਹੈ ਸਾਰਿਆਂ ਲਈ ਸਾਂਝਾ ਉਪਦੇਸ਼। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ
ਗੂਜਰੀ ਰਾਗ ਵਿੱਚ ਫਰਮਾਉਂਦੇ ਹਨ, ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜਿਉ ਪਰਿਆ। ਉਤਮ ਬਖਤੇ ਦੁਆਰਾ ਮਨ ਨੂੰ ਹੀ ਸਿੱਖਿਆ ਹੈ। ਜਿਹੜਾ ਮਨ ਨੂੰ ਉਪਦੇਸ਼ ਹੋਵੇ ਸਾਰਿਆਂ ਲਈ ਸਾਂਝਾ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਕਿ ਐ ਮਨਾ ਤੂੰ ਕਾਹਦੇ ਲਈ ਉਦਮ ਚਿਤ ਵਧਾਏ ਜਾਂ ਆਹਰ ਹਰ ਜਿਉ ਪਰਿਆ। ਵਾਹਿਗੁਰੂ ਤੇ ਭਰੋਸਾ ਰੱਖ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ ਔਰ ਉਹੀ ਤੇਰੇ ਆਹਰ ਦੇ ਵਿੱਚ ਪਿਆ ਹੋਇਆ ਹੈ, ਕਿਉਂਕਿ ਵਾਹਿਗੁਰੂ ਦਾ ਇਹ ਬਿਰਦ ਹੈ, ਕਿਸੇ ਵੀ ਜੀਵ ਨੂੰ ਜਨਮ ਦੇਣ ਤੋਂ ਪਹਿਲਾਂ ਉਹਦੀ ਰੋਜੀ ਰੋਟੀ ਦਾ ਪ੍ਰਬੰਧ ਉਹ ਆਪ ਕਰਦਾ ਹੈ। ਜੇ ਤੁਸੀਂ ਆਖੋ ਅਸੀਂ ਕਰਦੇ ਹਾਂ, ਇਹ ਗੱਲ ਇੱਕ ਬਹੁਤ ਵੱਡਾ ਭਰਮ ਤੇ ਝੂਠ ਹੈ। ਵਾਹਿਗੁਰੂ ਪਰਮੇਸ਼ਰ ਹੀ ਕਿਰਪਾ ਕਰਦਾ ਹੈ। ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੁੰਦਾ, ਉਸ ਵੇਲੇ ਕੌਣ ਉਹਨੂੰ ਉੱਥੇ ਖੁਰਾਕ ਦਿੰਦਾ? ਸੋਚਣ ਵਾਲੀ ਗੱਲ ਹੈ। ਜਦੋਂ ਬੱਚਾ ਜਨਮ ਲੈਂਦਾ ਕੁਝ ਨਹੀਂ ਖਾ ਸਕਦਾ, ਮਾਂ ਦੀ ਅਸਨਾ ਵਿੱਚ ਦੁੱਧ ਆ ਜਾਂਦਾ ਹੈ। ਬੱਚੇ ਦੇ ਖਾਣ ਦੇ ਲਈ ਹੋਰ ਕਿੰਨੇ ਪਦਾਰਥ ਉਸ ਨੂੰ ਹੋਰ ਬਾਅਦ ਵਿੱਚ ਮਿਲਣੇ ਸ਼ੁਰੂ ਹੋ ਜਾਂਦੇ ਨੇ। ਜਵਾਨੀ ਵਿੱਚ ਹੋਰ ਭੋਜਨ, ਬੁਢੇਪੇ ਵਿੱਚ ਉਹਦੇ ਸਿਹਤ ਦੇ ਅਨੁਕੂਲ ਬੇਅੰਤ ਭੋਜਨ ਵਾਹਿਗੁਰੂ ਪਰਮੇਸ਼ਰ ਹੀ ਦਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਕਿ ਐ ਮਨਾ ਤੂੰ ਕਾਹਦੇ ਲਈ ਉਦਮ ਚਿਤਵਦਾ ਹੈ, ਜਦੋਂ ਵਾਹਿਗੁਰੂ ਪਰਮੇਸ਼ਰ ਜੀ ਤੇਰੇ ਆਹਰ ਦੇ ਵਿੱਚ ਲੱਗਿਆ ਹੋਇਆ ਹੈ। ਸਾਨੂੰ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ। ਵੇਖ ਲਓ, ਉਸਨੇ ਸਮੁੰਦਰ ਵਿੱਚ ਕਿੰਨੇ ਜੀਵ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਤੇ ਉਹ ਦਿੰਦਾ ਹੀ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ, ਜਲ ਮੈਂ ਜੰਤਿਓ ਪਾਏ ਕੈ ਤਿਨਾ ਪੇ ਰੋਜੀ ਦੇ। ਫਿਰ ਉਸਨੇ ਵੇਖ ਲਓ ਪਤਾ ਨਹੀਂ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਖਾਸ ਸਾਨੂੰ ਸਮਝਾਉਣ ਦੀ ਖਾਤਰ ਇੱਕ ਬਹੁਤ ਵਧੀਆ ਉਦਾਹਰਨ ਦਿੰਦੇ ਹਨ ਬਈ ਵਾਹਿਗੁਰੂ ਪਰਮੇਸ਼ਰ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਰਿਜ਼ਕ ਸਾਰਿਆਂ ਨੂੰ ਦੇ ਰਿਹਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਸੈਲ ਪੱਥਰ ਮੈਂ, ਸੈਲ ਦਾ ਅਰਥ ਹੈ ਪਹਾੜ। ਪਹਾੜਾਂ ਦੇ ਵਿੱਚ ਵੀ ਜੀਵ ਨੇ ਤੇ ਪਹਾੜਾਂ ਦੇ ਵਿੱਚ ਪੱਥਰ ਹੁੰਦੇ ਨੇ। ਉਹਨਾਂ ਪੱਥਰਾਂ ਦੇ ਵਿੱਚ ਪਥਰੀਲੇ ਕੀੜੇ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਨੇ। ਸੈਲ ਪੱਥਰ ਮੈਂ ਜੰਤਿ ਉਪਾਏ, ਜਿਹੜੇ ਪਹਾੜ ਨੇ ਤੇ ਪਹਾੜ ਦੇ ਪੱਥਰਾਂ ਦੇ ਵਿੱਚ ਵਾਹਿਗੁਰੂ ਨੇ ਐਸੇ ਪਥਰੀਲੇ ਕੀੜੇ ਪੈਦਾ ਕੀਤੇ ਨੇ, ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਤੇ ਹੁਣ ਪੱਥਰ ਦੇ ਵਿੱਚ ਨਾ ਤੇ ਹਵਾ ਨਾ ਪਾਣੀ ਕੁਝ ਵੀ ਨਹੀਂ ਜਾ ਸਕਦਾ, ਪਰ ਧੰਨ ਹੈ ਉਹ ਦਾਤਾ ਵਾਹਿਗੁਰੂ, ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਉਹਦਾ ਵੀ ਰਿਜ਼ਕ ਉਹਦੇ ਅੱਗੇ ਬਣਾ ਕੇ ਰੱਖਿਆ ਹੋਇਆ। ਪੱਥਰਾਂ ਦੇ ਵਿੱਚ ਵੀ ਉਹ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ। ਇੱਕ ਵਾਰੀ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਨਹਿਰ ਦੇ ਰਸਤੇ, ਇੰਡੀਆ ਦੀ ਗੱਲ ਹੈ, ਧਾਰੀਵਾਲ ਨੂੰ ਜਾ ਰਹੇ ਸਨ। ਰਸਤੇ ਦੇ ਵਿੱਚ ਨਹਿਰ ਦਾ ਇੱਕ ਪੁਲ ਉਸਰ ਰਿਹਾ ਸੀ। ਮਜ਼ਦੂਰ ਲੋਕ ਪੱਥਰ ਦੀਆਂ ਸਿਲਾ ਚੀਰ ਚੀਰ ਕੇ ਪੁਲ ਦੀ ਉਸਾਰੀ ਕਰੀ ਜਾ ਰਹੇ ਸਨ। ਉਹਨਾਂ ਨੇ ਇੱਕ ਤਾਜ਼ਾ ਪੱਥਰ ਦੀ ਸਿਲਾ ਚੀਰੀ। ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ? ਇੱਕ ਕੀੜਾ ਹੈ ਔਰ ਉਹ ਜਿਉਂਦਾ ਕੀੜਾ ਪੱਥਰ ਦੀ ਸਿਲਾ ਵਿੱਚੋਂ ਨਿਕਲਿਆ। ਜਦੋਂ ਉਸ ਨੂੰ ਚੀਰਿਆ ਗਿਆ ਤੇ ਸਾਰੇ ਹੈਰਾਨ ਹੋਏ, ਕਹਿੰਦੇ ਵੀ ਪੱਥਰ ਵਿੱਚੋਂ ਕੀੜਾ ਨਿਕਲਿਆ। ਮਹਾਂਪੁਰਖ ਵੀ ਉਸ ਵੇਲੇ ਪਹੁੰਚ ਗਏ ਤੇ ਸਿੰਘ ਵੀ ਇਹ ਘਟਨਾ ਨੂੰ ਵੇਖ ਕੇ ਅਚਰਜ ਸਨ। ਤਾਂ ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿੰਦੇ ਇਹ ਕੋਈ ਅਚਰਜਤਾਈ ਵਾਲੀ ਗੱਲ ਨਹੀਂ। ਸਤਿਗੁਰੂ ਨੇ ਪਹਿਲਾਂ ਹੀ ਬਾਣੀ ਵਿੱਚ ਲਿਖਿਆ ਹੋਇਆ ਹੈ, ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤਿ ਉਪਾਏ, ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਇਹ ਵਾਹਿਗੁਰੂ ਪਰਮੇਸ਼ਰ ਨੇ ਇਹ ਕੀੜਾ ਪੈਦਾ ਕੀਤਾ, ਇਹਦਾ ਰਿਜ਼ਕ ਵੀ ਜ਼ਰੂਰ ਇੱਥੇ ਰੱਖਿਆ ਹੋਵੇਗਾ। ਜਦੋਂ ਮਹਾਂਪੁਰਖਾਂ ਨੇ ਇਹ ਬਚਨ ਕੀਤਾ ਤੇ ਕੋਲੇ ਜਿਹੜੇ ਸਿੰਘ ਸਨ ਉਹ ਵੇਖਣ ਲੱਗੇ ਵੀ ਖਾਂਦਾ ਕੀ ਹੋਵੇਗਾ। ਤਾਂ ਉਹਨਾਂ ਨੇ ਕੀ ਦੇਖਿਆ ਕਿ ਸ਼ੱਕਰ ਵਰਗਾ ਕੋਈ ਪਦਾਰਥ ਉਸ ਕੀੜੇ ਦੇ ਸਾਹਮਣੇ ਇੱਕ ਛੋਟਾ ਜਿਹਾ ਸਟੋਰ ਜਿਹਾ ਬਣਿਆ ਹੋਇਆ ਸੀ, ਉਹਦੇ ਵਿੱਚ ਭਰਿਆ ਹੋਇਆ ਸੀ। ਕੀੜਾ ਉਸ ਨੂੰ ਖਾ ਕੇ ਜੀਵਨ ਪ੍ਰਾਪਤ ਕਰ ਰਿਹਾ ਸੀ ਤੇ ਇੱਕ ਮਜ਼ਦੂਰ ਨੇ ਥੋੜਾ ਜਿਹਾ ਉਹਨੂੰ ਉਂਗਲ ਨਾਲ ਲਾ ਕੇ ਜੀਭ ਨੂੰ ਵੀ ਲਾ ਕੇ ਦੇਖਿਆ, ਉਹਦਾ ਸ਼ੱਕਰ ਵਰਗਾ ਸਵਾਦ ਸੀ। ਤੇ ਮਹਾਂਪੁਰ ਕਹਿਣ ਲੱਗੇ, ਭਾਈ ਇਹ ਸ਼ੱਕਰ ਖੋਰ ਕੀੜਾ ਹੈ ਤੇ ਵਾਹਿਗੁਰੂ ਨੇ ਤਾਂ ਕਾ ਰਿਜ਼ਕ ਆਗਾ ਕਰ ਧਰਿਆ। ਇਹਦਾ ਰਿਜ਼ਕ ਇਹਦੇ ਸਾਹਮਣੇ ਦੇਖ ਲਓ ਪੈਦਾ ਕਰਕੇ ਰੱਖ ਦਿੱਤਾ। ਉੱਥੇ ਹੋਰਾਂ ਨੂੰ ਕੌਣ ਸ਼ੱਕਰ ਦੇ ਸਕਦਾ ਸੀ? ਪਰ ਇਹ ਵਾਹਿਗੁਰੂ ਪਰਮੇਸ਼ਰ ਦੇ ਸਾਰੇ ਪ੍ਰਬੰਧ ਨੇ ਤੇ ਇਸ ਲਈ ਸਾਨੂੰ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ।
ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਉ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਇੱਕ ਸਾਡਾ ਹੋਰ ਵੱਡਾ ਭੁਲੇਖਾ ਦੂਰ ਕਰਦੇ ਨੇ। ਮਾਤਾ ਪਿਤਾ ਇਹ ਸਮਝਦੇ ਨੇ ਬੱਚਿਆਂ ਦੀ ਪਾਲਣਾ ਅਸੀਂ ਕਰਦੇ ਹਾਂ, ਤੇ ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਮਾਤਾ ਪਿਤਾ ਦੀ ਸੇਵਾ ਕਰਦੇ ਹਾਂ। ਵਿਆਹ ਹੋ ਜਾਂਦਾ, ਘਰ ਵਾਲੇ ਕਹਿੰਦੀ ਮੈਂ ਵੀ ਕੰਮ ਕਰਕੇ ਕਮਾ ਕੇ ਲਿਆਉਣੀ ਆ। ਇਹ ਭੁਲੇਖਾ ਸਾਰਿਆਂ ਨੂੰ ਹੀ ਹੈ। ਕੋਈ ਕਹਿੰਦਾ ਮੈਂ ਖਵਾਉਣਾ, ਮੈਂ ਪਾਲਦਾ, ਪਰ ਸਤਿਗੁਰੂ ਕੀ ਕਹਿੰਦੇ ਨੇ, ਜਨਨ ਪਿਤਾ ਲੋਕ ਸੁਤ ਬੰਤਾ। ਜਨਨ ਕਹਿੰਦੇ ਨੇ ਮਾਤਾ ਨੂੰ, ਮਾਤਾ ਤੇ ਪਿਤਾ ਹੋਰ ਲੋਕ ਸਾਡੇ ਰਿਸ਼ਤੇਦਾਰ ਸਾਕ ਸੰਬੰਧੀ ਮਿੱਤਰ ਦੋਸਤ ਸੁਤ ਬੰਤਾ ਪੁੱਤਰ ਤੇ ਬੰਤਾ ਇਸਤਰੀ ਨੂੰ ਕਹਿੰਦੇ ਨੇ, ਵਾਈਫ ਨੂੰ ਕਹਿੰਦੇ ਨੇ। ਕੋਈ ਨਾ ਕਿਸ ਕੀ ਤਰਿਆ, ਗੁਰੂ ਮਹਾਰਾਜ ਕਹਿੰਦੇ ਕੋਈ ਕਿਸੇ ਦੀ ਤਰਿਆ ਦਾ ਅਰਥ ਹੈ ਕੋਈ ਕਿਸੇ ਦੀ ਤੈਰ ਨਹੀਂ ਬਣਦਾ, ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ। ਇਹ ਇੱਕ ਭੁਲੇਖਾ ਜ਼ਰੂਰ ਹੈ। ਮਾਤਾ ਪਿਤਾ ਇਹ ਸੋਚਦੇ ਨੇ ਅਸੀਂ ਬੱਚਿਆਂ ਦੀ ਪਾਲਣਾ ਕਰਦੇ ਹਾਂ। ਸੋਚਣ ਵਾਲੀ ਗੱਲ ਹੈ, ਜਿਹੜੇ ਯਤੀਮ ਬੱਚੇ ਨੇ ਉਹਨਾਂ ਨੂੰ ਵੀ ਤੇ ਕੋਈ ਪਾਲਦਾ ਹੈ ਫਿਰ, ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਰਹਿੰਦੇ। ਇਸ ਲਈ ਇੱਕ ਵੱਡਾ ਭੁਲੇਖਾ ਹੀ ਹੈ। ਹਜ਼ੂਰ ਕਹਿੰਦੇ ਮਾਤਾ ਪਿਤਾ ਪੁੱਤਰ ਇਸਤਰੀ ਹੋਰ ਜਿਹੜੇ ਲੋਕ ਨੇ ਕੋਈ ਕਿਸੇ ਦੀ ਤੈਰ ਨਹੀਂ ਬਣਦਾ, ਕੋਈ ਕਿਸੇ ਦਾ ਸਹਾਰਾ ਨਹੀਂ ਬਣਦਾ। ਅਸਲੀ ਤੇ ਰਿਜ਼ਕ ਦਾਤਾ ਅਕਾਲ ਪੁਰਖ ਹੀ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਂਝਾ ਉਪਦੇਸ਼ ਦੇ ਰਹੇ ਨੇ। ਗੁਰਮੁਖੋ ਉਹ ਵਾਹਿਗੁਰੂ ਸਿਰਬ ਸਿਰ ਸਾਰਿਆਂ ਨੂੰ ਰਿਜ਼ਕ ਸੰਭਾਹੇ ਦਾ ਅਰਥ ਅਪੜਾ ਰਿਹਾ ਹੈ। ਕਾਹੇ ਮਨ ਭਉ ਕਰਿਆ, ਤੇ ਐ ਮਨਾ ਤੂੰ ਫਿਰ ਤੂੰ ਕਾਹਦੇ ਲਈ ਡਰਦਾ ਫਿਰਦਾ ਹੈ ਵੀ ਮੈਂ ਭੁੱਖਾ ਮਰ ਜਾਵਾਂਗਾ ਜਾਂ ਮੇਰੇ ਪਰਿਵਾਰ ਦਾ ਕੀ ਬਣੇਗਾ। ਤੂੰ ਵਾਹਿਗੁਰੂ ਤੇ ਭਰੋਸਾ ਰੱਖ। ਇੱਕ ਵਾਰੀ ਭਾਈ ਮਰਦਾਨੇ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਸੀ, ਕਹਿਣ ਲੱਗਾ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੇ ਨਾਲ ਤੇ ਰਹਿ ਕੇ ਭੁੱਖਾ ਹੀ ਮਰਨਾ ਪੈਂਦਾ ਹੈ। ਤੇ ਗੁਰੂ ਮਹਾਰਾਜ ਨੇ ਆਖਿਆ ਸੀ ਭਾਈ ਮਰਦਾਨੇ ਐਸੀ ਗੱਲ ਨਹੀਂ, ਪਹਿਲੋਂ ਦੇ ਤੈ ਰਿਜ਼ਕ ਸੰਭਾਹਾ ਪਿੱਛੋਂ ਦੇ ਤੈ ਜਨ ਤੇ ਉਪਾਹਾ। ਵਾਹਿਗੁਰੂ ਨੇ ਰਿਜ਼ਕ ਪਹਿਲਾਂ ਬਣਾਇਆ ਤੇ ਜੀਵ ਨੂੰ ਪਿੱਛੋਂ ਪੈਦਾ ਕੀਤਾ। ਇਸ ਗੱਲ ਤੇ ਤੈਨੂੰ ਵੀ ਭਰੋਸਾ ਕਰਨਾ ਚਾਹੀਦਾ। ਇੱਕ ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਸੀ ਤੇ ਉਹਦਾ ਪਰਿਵਾਰ ਕਾਫੀ ਵੱਡਾ ਸੀ, ਘਰ ਦੇ ਵਿੱਚ ਗਰੀਬੀ ਸੀ, ਤੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ। ਆ ਕੇ ਵਾਸਤਾ ਪਾਇਆ, ਸੱਚੇ ਪਾਤਸ਼ਾਹ ਘਰ ਦੇ ਵਿੱਚ ਬੜੀ ਗਰੀਬੀ ਹੈ, ਮੈਂ ਮਸਾਂ 15 ਦਿਨ ਦਾ ਰਾਸ਼ਨ ਪਾਣੀ ਲੈ ਕੇ ਉਹਨਾਂ ਨੂੰ ਘਰ ਦੇ ਕੇ ਆਇਆ ਹਾਂ, ਤੇ ਹੁਣ ਮੈਨੂੰ ਛੁੱਟੀ ਦਿਓ, ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਸਤਿਗੁਰੂ ਨੇ ਸੋਚਿਆ ਵੀ ਇਹਦਾ ਭਰਮ ਕੱਢਣਾ ਚਾਹੀਦਾ। ਸਤਿਗੁਰੂ ਕਹਿਣ ਲੱਗੇ ਗੁਰਸਿੱਖਾ ਤੂੰ ਆਪਣੇ ਪਰਿਵਾਰ ਕੋਲ ਤੇ ਜਾਣਾ ਹੀ ਜਾਣਾ ਹੈ, ਪਰ ਆਹ ਇੱਕ ਸਾਡਾ ਹੁਕਮਨਾਮਾ ਹੈ, ਇੱਕ ਚਿੱਠੀ ਹੈ, ਇਹ ਵੀ ਨਾਲ ਲੈਂਦਾ ਜਾਵੀਂ। ਰਸਤੇ ਵਿੱਚ ਇੱਕ ਨਗਰ ਆਵੇਗਾ ਔਰ ਉੱਥੇ ਉਹ ਸੰਗਤ ਨੂੰ ਦੇਵੀਂ। ਕਹਿੰਦਾ 7 ਬਚਨ। ਉਸ ਵੇਲੇ ਰਿਵਾਜ ਹੁੰਦਾ ਸੀ ਕਿਸੇ ਦੇ ਕੋਈ ਚਿੱਠੀ ਪੜ੍ਹ ਕੇ ਨਹੀਂ ਸੀ ਦੇਖਦਾ। ਹੁਣ ਤਾਂ ਕਈ ਚੋਰੀ ਚੋਰੀ ਚਿੱਠੀਆਂ ਪੜ੍ਹਦੇ ਨੇ ਨਾ, ਪਰ ਪੁਰਾਣੇ ਲੋਕ ਬੜੇ ਸਦਾਚਾਰੀ ਸਨ, ਹੁਣ ਵੀ ਹੋਣਗੇ ਕਈ ਵਿਰਲੇ। ਤੇ ਹੁਣ ਉਹ ਚਿੱਠੀ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਪਿਆ। ਤੇ ਜਦੋਂ ਰਸਤੇ ਵਿੱਚ ਪਿੰਡ ਆਇਆ ਤੇ ਉੱਥੇ ਉਹ ਚਿੱਠੀ ਸੰਗਤ ਨੂੰ ਦਿੱਤੀ। ਸੰਗਤ ਨੇ ਚਿੱਠੀ ਪੜ੍ਹੀ। ਉਹਦੇ ਵਿੱਚ ਲਿਖਿਆ ਕੀ ਸੀ? ਲਿਖਿਆ ਇਹ ਸੀ, ਗੁਰੂ ਮਹਾਰਾਜ ਨੇ ਆਖਿਆ ਵੀ ਇਹ ਜਿਹੜਾ ਗੁਰਸਿੱਖ ਹੈ ਚੰਗਾ ਵਿਦਵਾਨ ਹੈ, ਪ੍ਰਚਾਰਕ ਹੈ, ਤੁਸੀਂ ਇਹਨੂੰ ਆਪਣੇ ਕੋਲ ਰੱਖੋ। 6 ਮਹੀਨੇ ਨੂੰ ਕੋਲੇ ਰੱਖ ਕੇ ਤੋਂ ਕਥਾ ਸੁਣਾਓ ਔਰ ਇਹ ਤੋਂ ਕਥਾ ਸੁਣੋ ਤੇ ਤੁਸੀਂ ਇਹਦੀ ਸੇਵਾ ਕਰਨੀ ਹੈ। ਕਹਿੰਦੇ 7 ਬਚਨ। ਤੇ ਜਦੋਂ ਸੰਗਤਾਂ ਪਹਿਲਾਂ ਹੀ ਚਾਹੁੰਦੀਆਂ ਸਨ, ਕਈ ਵਾਰੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰ ਚੁੱਕੀਆਂ ਸਨ, ਕਿ ਜਦੋਂ ਉਹ ਸਿੱਖ ਆਇਆ ਤੇ ਚਿੱਠੀ ਦੇ ਕੇ ਕਹਿਣ ਲੱਗਾ ਸੰਗਤ ਜੀ ਹੁਣ ਮੈਨੂੰ ਤਾਂ ਦਿਓ ਆ ਗਿਆ, ਮੈਂ ਅੱਗੇ ਆਪਣੇ ਪਰਿਵਾਰ ਦੀ ਬੱਚਿਆਂ ਦੀ ਦੇਖਭਾਲ ਕਰਨੀ ਹੈ। ਤੇ ਸੰਗਤ ਨੇ ਆਲੇ ਦੁਆਲਿਓਂ ਘੇਰ ਲਿਆ। ਕਹਿਣ ਲੱਗੇ ਵੀ ਸਤਿਗੁਰੂ ਦਾ ਹੁਕਮ ਹੈ ਵੀ 6 ਮਹੀਨੇ ਕਿਧਰੇ ਨਹੀਂ ਜਾਣ ਦੇਣਾ, ਹੁਣ ਤੇ 6 ਮਹੀਨੇ ਤੈਨੂੰ ਸਾਡੇ ਕੋਲ ਹੀ ਰਹਿਣਾ ਪੈਣਾ। ਇਹ ਗੱਲ ਸੁਣ ਕੇ ਸਿੱਖ ਕੰਬ ਗਿਆ। ਕਹਿਣ ਲੱਗਾ ਮੈਂ ਤੇ 15 ਦਿਨ ਦਾ ਰਾਸ਼ਨ ਸਿਰਫ ਦੇ ਕੇ ਆਇਆ ਪਰਿਵਾਰ ਨੂੰ, ਉਹ ਤੇ ਭੁੱਖੇ ਮਰ ਜਾਣਗੇ। ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ, ਗੁਰੂ ਦੇ ਬਚਨ ਸੀ ਤੇ ਗੁਰੂ ਦੇ ਬਚਨ ਮੰਨਣੇ ਨੇ, ਇਹਦੇ ਵਿੱਚ ਤੇਰਾ ਵੀ ਭਲਾ ਸਾਡਾ ਵੀ ਭਲਾ। ਤੇ ਉਹਨਾਂ ਨੇ ਫਿਰ ਪਹਿਰਾ ਲਾ ਦਿੱਤਾ ਤੇ ਉੱਥੇ 6 ਮਹੀਨੇ ਉਹਨੂੰ ਹਿੱਲਣ ਨਾ ਦਿੱਤਾ। 6 ਮਹੀਨੇ ਤੋਂ ਬਾਅਦ ਸੰਗਤ ਨੇ ਸੇਵਾ ਵੀ ਕੀਤੀ, ਮਾਇਆ ਵੀ, ਪਦਾਰਥ ਵੀ, ਬਸਤਰ ਵੀ, ਸਾਰਾ ਕੁਝ ਦਿੱਤਾ। ਤੇ ਹੁਣ ਰਸਤੇ ਵਿੱਚ ਜਾਂਦਾ ਜਾਂਦਾ ਸੋਚੀ ਜਾਵੇ, ਕਹਿੰਦਾ ਪਤਾ ਨਹੀਂ ਘਰ ਉਜੜਿਆ ਹੋਊਗਾ, ਪਤਾ ਨਹੀਂ ਵਸਦਾ ਹੋਊਗਾ, ਪਤਾ ਨਹੀਂ ਮਰ ਗਏ ਹੋਣਗੇ, ਪਤਾ ਨਹੀਂ ਜਿਉਂਦੇ ਹੋਣਗੇ।
ਕਿਉਂਕਿ ਹੁਣ ਉਸ ਵੇਲੇ ਕੋਈ ਟੈਲੀਫੋਨ ਹੋਰ ਸਾਧਨ ਤਾਂ ਹੈ ਨਹੀਂ ਸੀ ਵੀ ਉੱਥੇ ਪਤਾ ਸੁਤਾ ਕਰਦਾ ਰਹਿੰਦਾ। ਆਖੀਰ ਜਦੋਂ ਘਰ ਦੇ ਕੋਲੇ ਚਲਿਆ ਗਿਆ ਸੋਚਾਂ ਸੋਚਦਾ ਹੋਇਆ, ਤੇ ਉਧਰ ਸਤਿਗੁਰੂ ਨੇ ਉੱਥੇ ਪਿੰਡ ਵੀ ਸੁਨੇਹਾ ਭੇਜ ਦਿੱਤਾ। ਜਿਹੜੇ ਗੁਰਸਿੱਖ ਸਨ ਉਹਨਾਂ ਨੇ ਸੋਚਿਆ ਵੀ ਇਹ ਗਰੀਬ ਪਰਿਵਾਰ ਹੈ, ਤੇ ਬਾਕੀ ਸਤਿਗੁਰੂ ਨੇ ਜਿਹੜਾ ਇਹਨਾਂ ਦਾ ਕਮਾਉਣ ਵਾਲਾ ਮੈਂਬਰ ਸੀ ਉਹਦੀ ਉੱਥੇ ਡਿਊਟੀ ਲਾ ਦਿੱਤੀ ਸਿੱਖੀ ਪ੍ਰਚਾਰ ਦੀ, ਔਰ ਉਹਨਾਂ ਨੇ ਦਸਵੰਧੀ ਮਾਇਆ ਇਕੱਠੀ ਕਰਕੇ ਤੇ ਉਹ ਗਰੀਬ ਪਰਿਵਾਰ ਦੀ ਮਦਦ ਕੀਤੀ, ਔਰ ਉਹਦੇ 2-4 ਮੱਝਾਂ ਵੀ ਉਸ ਨੂੰ ਦੇ ਦਿੱਤੀਆਂ, ਤੇ ਬਾਕੀ ਘਰ ਦੇ ਵਿੱਚ ਕਿਸੇ ਗੱਲ ਦੀ ਘਾਟ ਨਜ਼ਰ ਨਾ ਆਈ, ਪਰਿਵਾਰ ਮੌਜਾਂ ਮਾਣੇ। ਜਦੋਂ ਇਹ ਉੱਥੇ ਗਿਆ, ਇਹ ਤਾਂ ਇਹ ਸੋਚਦਾ ਜਾਵੇ ਬਈ ਹੁਣ ਵੀ ਪਤਾ ਨਹੀਂ ਪਰਿਵਾਰ ਭੁੱਖਾ ਮਰ ਗਿਆ ਹੋਵੇਗਾ, ਤੇ ਜਦੋਂ ਘਰ ਦੇ ਕੋਲੇ ਗਿਆ, ਇਹਦਾ ਛੋਟਾ ਮੁੰਡਾ ਸੀ, ਉਹ ਹੋਣਾ ਕੋਈ 6-7 ਸਾਲ ਦਾ, ਉਹ ਬਾਹਰ ਆਇਆ, ਉਹਨੇ ਦੇਖ ਲਿਆ ਆਪਦੇ ਬਾਪੂ ਨੂੰ, ਤੇ ਅੰਦਰ ਜਾ ਕੇ ਆਪਦੇ ਮਾਂ ਨੂੰ ਕਹਿੰਦਾ, ਮਾਂ ਕਹਿੰਦਾ ਬਾਪੂ ਆ ਗਿਆ, ਹੁਣ ਭੁੱਖੇ ਮਰਾਂਗੇ। ਜਦੋਂ ਇਹ ਗੱਲ ਸੁਣੀ ਤੇ ਇਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕਹਿੰਦਾ ਕਿ ਚੰਗੀਆਂ ਮੌਜਾਂ ਲੱਗੀਆਂ ਸਨ ਵੀ ਹੁਣ ਭੁੱਖੇ ਮਰਾਂਗੇ। ਤੇ ਉਹ ਗੱਲ ਸੁਣ ਕੇ ਹੈਰਾਨ ਹੋਇਆ। ਉਸੇ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸਾਂ ਜੋ ਬਾਣੀ ਵਿੱਚ ਲਿਖਿਆ ਉਹ ਸੱਚ ਹੀ ਸੱਚ ਹੈ। ਜਨਨ ਪਿਤਾ ਲੋਕ ਸੁਧ ਬੰਤਾ ਕੋਈ ਨਾ ਕਿਸ ਕੀ ਧਰਿਆ। ਇਹ ਕਿਸੇ ਦੀ ਕੋਈ ਧਿਰ ਨਹੀਂ ਬਣਦਾ। ਹਜ਼ੂਰ ਕਹਿੰਦੇ ਸਿਰ ਬਸਿਰ ਵਾਹਿਗੁਰੂ ਸਾਰਿਆਂ ਨੂੰ ਰਿਜ਼ਕ ਪੜਾਉਂਦਾ ਹੈ। ਕਾਹੇ ਮਨ ਪਾਉ ਕਰਿਆ, ਤੂੰ ਕਾਹਦੇ ਲਈ ਮਨਾ ਪੈ ਕਰਦਾ। ਤੈਨੂੰ ਵੀ ਵਾਹਿਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ। ਊਡੇ ਊੜ ਆਵੇ ਸਹਿ ਕੋਸਾ, ਤਿਸ ਪਾਛੈ ਵਚਰੇ ਸ਼ਰਿਆ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ ਨੇ। ਕਹਿੰਦੇ ਵੇਖੋ, ਊਡੇ ਊੜ ਆਵੇ ਸਹਿ ਕੋਸਾ, ਇੱਕ ਕੂੰਜ ਪੰਛੀ ਹੈ, ਔਰ ਉਹ ਆਪਣੇ ਬੱਚਿਆਂ ਨੂੰ ਪਹਾੜਾਂ ਦੇ ਵਿੱਚ, ਆਂਡਿਆਂ ਨੂੰ ਪਹਾੜਾਂ ਦੇ ਵਿੱਚ ਦੇ ਕੇ ਜਦੋਂ ਬਰਫ਼ ਪੈਂਦੀ ਹੈ ਫਿਰ ਉਹ ਮੈਦਾਨੀ ਇਲਾਕੇ ਵਿੱਚ ਕੂੰਜਾਂ ਆ ਜਾਂਦੀਆਂ ਨੇ। ਜਿਵੇਂ ਕੂੰਜ ਹੈ ਉਹ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਤੇ ਊਡੇ ਊੜ ਉੱਡ ਕੇ ਸੈਂਕੜੇ ਕੋਹਾਂ ਉਹ ਦੂਰ ਆ ਜਾਂਦੀ ਹੈ। ਤਿਸ ਪਾਛੈ ਬਚਰੇ ਸ਼ਰਿਆ, ਤੇ ਜਿਹੜੇ ਬੱਚੇ ਨੇ ਉਹਦੇ ਪਿੱਛੇ ਉਸੇ ਤਰ੍ਹਾਂ ਹੀ ਸ਼ਰਿਆ ਦਾ ਅਰਥ ਛੱਡੇ ਰਹਿ ਜਾਂਦੇ ਨੇ। ਉਹ ਆਪਣੇ ਬੱਚਿਆਂ ਨੂੰ ਪਿੱਛੇ ਇਕੱਲਿਆਂ ਨੂੰ ਛੱਡ ਕੇ ਤੇ ਕੂੰਜ ਉਥੋਂ ਉੱਡ ਕੇ ਸੈਂਕੜੇ ਕੋਹਾਂ ਦੂਰ ਆ ਜਾਂਦੀ ਹੈ। ਤਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਹਜ਼ੂਰ ਕਹਿੰਦੇ ਨੇ ਤਨ ਕਵਣ ਖਲਾਵੈ, ਉਹਨਾਂ ਨੂੰ ਖਲਾਵੈ ਦਾ ਅਰਥ ਹੈ ਕੌਣ ਖਵਾਉਂਦਾ ਹੈ, ਤੇ ਕਵਣ ਚੁਗਾਵੈ ਕਿਹੜਾ ਉਹਨਾਂ ਨੂੰ ਚੋਗਾ ਮੂੰਹ ਦੇ ਵਿੱਚ ਪਾਉਂਦਾ। ਵੀ ਜਿਹੜੇ ਛੋਟੇ ਪੰਛੀ ਨੇ ਉਹ ਚੋਗਾ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਂਦੇ ਨੇ, ਤੇ ਹੋਰ ਜਾਨਵਰ ਲਿਆ ਕੇ ਆਪਦੇ ਬੱਚਿਆਂ ਨੂੰ ਖਵਾਉਂਦੇ ਨੇ। ਹੁਣ ਜਿਹੜੇ ਕੂੰਜ ਦੇ ਬੱਚੇ ਨੇ ਉਹਨਾਂ ਨੂੰ ਕੌਣ ਖਵਾਉਂਦਾ ਹੈ ਤੇ ਕੌਣ ਉਹਨਾਂ ਨੂੰ ਚੋਗਾ ਚੁਗਾਉਂਦਾ ਹੈ? ਤੇ ਹਜ਼ੂਰ ਕਹਿੰਦੇ ਉੱਥੇ ਕੋਈ ਵੀ ਨਹੀਂ ਹੁੰਦਾ। ਤੇ ਫਿਰ ਇਹਦਾ ਜਵਾਬ ਸਤਿਗੁਰੂ ਆਪ ਹੀ ਦਿੰਦੇ ਨੇ, ਮਨ ਮੈਂ ਸਿਮਰਨ ਕਰਿਆ। ਵੀ ਕੂੰਜ ਆਪਣੇ ਮਨ ਵਿੱਚ ਬੱਚਿਆਂ ਦਾ ਸਿਮਰਨ ਕਰਦੀ ਹੈ। ਉਹ ਸਿਮਰਨ ਦੀ ਸ਼ਕਤੀ ਦੇ ਨਾਲ ਜਿਹੜੇ ਕੂੰਜ ਦੇ ਬੱਚੇ ਨੇ, ਔਰ ਉਹ ਸੈਂਕੜੇ ਕੋਹਾਂ ਤੇ ਵੀ ਪਲਦੇ ਨੇ। ਜਦੋਂ ਵੱਡੇ ਹੋ ਜਾਂਦੇ ਨੇ, ਉਡਾਰੂ ਹੋ ਜਾਂਦੇ ਨੇ, ਤੇ ਫਿਰ ਉਹ ਬੱਚੇ ਸਿਮਰਨ ਸ਼ਕਤੀ ਦੁਆਰਾ ਹੀ ਉਥੋਂ ਉਡਾਰੀ ਲਾਉਂਦੇ ਨੇ ਤੇ ਆਪਣੀ ਮਾਂ ਕੂੰਜ ਦੇ ਕੋਲ ਆ ਕੇ ਮਿਲ ਜਾਂਦੇ ਨੇ। ਸਿਮਰਨ ਸ਼ਕਤੀ ਦੁਆਰਾ ਉਹਨਾਂ ਦੀ ਉੱਥੇ ਪਾਲਣਾ ਹੁੰਦੀ ਹੈ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕਰ ਕਰ ਤਲ ਧਰਿਆ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਾਰੇ ਖਜ਼ਾਨੇ 10 ਅਸ਼ਟ ਸਿਧਾਨ, 18 ਸਿੱਧੀਆਂ ਦੇ ਖਜ਼ਾਨੇ, 9 ਨਿੰਦੀਆਂ ਦੇ ਖਜ਼ਾਨੇ ਠਾਕੁਰ ਕਰ ਤਲ ਧਰਿਆ। ਵਾਹਿਗੁਰੂ ਨੇ ਆਪਣੇ ਹੱਥ ਦੀ ਤਲੀ ਉੱਤੇ ਰੱਖੇ ਹੋਏ ਨੇ। ਸਾਰੇ ਖਜ਼ਾਨੇ ਵਾਹਿਗੁਰੂ ਦੀ ਹੱਥ ਦੀ ਤਲੀ ਤੇ ਰੱਖੇ ਹੋਏ ਨੇ ਵੀ ਆਓ ਤੇ ਆ ਕੇ ਲੈ ਜਾਵੋ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਨ ਨਾਨਕ ਬਲ ਬਲ ਸਦ ਬਲ ਜਾਈਏ। ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਹਮੇਸ਼ਾ ਹੀ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਤੇਰਾ ਅੰਤ ਨਾ ਪਾਰਾ ਵਰਿਆ। ਤੇਰੇ ਉਰਵਾਰ ਪਾਰ ਦਾ ਕੋਈ ਵੀ ਅੰਤ ਜਾਣ ਨਹੀਂ ਸਕਦਾ। ਤੇਰੇ ਉਰਵਾਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਤੂੰ ਬੇਅੰਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ। ਪਾਵਨ ਪਵਿੱਤਰ ਅਮੋਲਕ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਤੇ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸੁਣਿਆ, ਇਹਨੂੰ ਮਨ ਵਿੱਚ ਵਸਾਈਏ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ।
ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾਵਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।